परचे भी चल रहे थे तुहाडे ते, जेल भी तुसीं इकट्ठिਆਂ ने ਕੱਟੀ है लॉरेंस बिश्नोई होना दे नाल, होर भी कई जने सी। उस तो बाद तुसीं इस सारे ट्रैक तो बिल्कुल एक लाइन वक्री चुन ली कि अज चोटी दे रैसलर और विक्की सी ਇਹ ਅੱਡ ਕੇਸ ਚਾਹੀ ਸੀ। ਇਹਨਾਂ ਨੇ 10 ਸੈਕਟਰ ਗੋਲੀ ਚਲਾਤੀ। ਵਿੱਕੀ ਸੀ, ਲਾਰੈਂਸ ਸੀ, ਅਮਨਦੀਪ ਸੀ ਮੰਗਾਨੀ, 2-4 ਮੁੰਡੇ ਹੋਰ ਸੀ ਇਸ ਕੇਸ 'ਚ। ਤੇ ਅੱਡ ਕੇਸ ਚਾਹੇ ਹੋਏ ਸੀ। ਇੱਕ ਲੁਧਿਆਣੇ ਰੋਬਰੀ ਵਾਲੇ ਕੇਸ ਚਾਹੇ ਹੋਏ ਸੀ, ਸ਼ੇਰਾ ਕੁੰਬਲ ਸੀ, ਜੈਪਾਲ ਭੁੱਲਰ ਸੀ। ਮੈਂ ਇਹੋ ਜਿਹੇ ਦੌਰ 'ਚ ਨੂੰ ਨਿਕਲਦਾ, ਉਸ ਦੌਰ ਨੂੰ ਕ੍ਰਾਸ ਕਰਕੇ ਕਿਸੇ ਤਰ੍ਹਾਂ ਇੱਕ ਪੋਜ਼ੀਟਿਵ ਪਾਸੇ ਵੀ ਚਲੇ ਜਾਂਦਾ। ਸੋ ਮੈਨੂੰ ਇੱਦਾਂ ਲੱਗਦਾ ਸੀ ਕਿ ਹੁਣ ਹੱਥ ਉਹਨੂੰ ਪਾਉਣਾ ਕੰਮ ਨੂੰ ਕਿ ਜਿਹੜਾ ਕਦੇ ਸੋਚਿਆ ਵੀ ਨਹੀਂ। ਕਿੰਨਾ ਕਿ ਡਰਾਮਾ ਹੁੰਦਾ ਜਾਂ ਲੋਕ ਕਹਿੰਦੇ ਕਿ ਜੇ ਤਾਂ ਡਰਾਮਾ ਹੈ ਜਾਂ ਬਿਲਕੁਲ ਠੀਕ ਠਾਕ ਹੁੰਦਾ ਹੈ ਜਾਂ ਫਿਲਮੀ ਸਟਾਈਲ ਦੇ ਵਿੱਚ ਹੁੰਦਾ, ਇਹ ਜ਼ਰੂਰ ਸਾਂਝਾ ਕਰਿਓ ਅੱਜ ਆਪਣਾ ਤਜਰਬਾ Wow, this is a great athlete from India. ਜੇ ਤੁਸੀਂ ਐਂਟਰਟੇਨਮੈਂਟ ਐਸਪੈਕਟ ਤੇ ਡਰਾਮਾ ਐਸਪੈਕਟ ਤੁਸੀਂ ਰੈਸਲਿੰਗ ਤੋਂ ਕੱਢ ਦੋਗੇ ਨਾ ਤਾਂ ਫਿਰ ਰੈਸਲਿੰਗ ਮੈਂ ਉਵੇਂ ਦਾ ਰਹਿਣਾ ਨਹੀਂ। ਪਰ ਜੇ ਤੁਸੀਂ ਕਹੋ ਕਿ ਜਿਹੜਾ ਮੂਵ ਹੁੰਦੇ ਆ ਜਾਂ ਫਿਰ ਤੁਸੀਂ ਉਹ ਸਾਰਾ ਕਰਦੇ ਹੋ ਉਹਨੂੰ ਤਾਂ ਤੁਸੀਂ ਫੇਕ ਕਰ ਹੀ ਹੁਣ ਤਾਂ ਅੱਜ ਦੀ ਡੇਟ ਤਾਂ ਬਿਲਕੁਲ ਹੀ ਨਹੀਂ ਕਰ ਸਕਦੇ। ਜਿਵੇਂ ਕਹਿੰਦੇ ਕੁਰਸੀਆਂ ਚੱਕ ਚੱਕ ਕੇ ਸਿਰ ਦੇ ਵਿੱਚ ਮਾਰਦੇ ਆ, ਖੂਨ ਨਿਕਲਣ ਲੱਗ ਜਾਂਦਾ ਹੈ, ਬਿਲਕੁਲ ਸਾਰੀਆਂ ਚੀਜ਼ਾਂ 110% ਬਾਈ ਜੀ। ਮੈਨੂੰ ਇੱਥੋਂ ਇਹ ਦੂਜੇ ਫਲੋਰ ਤੋਂ ਵੀ ਥੱਲੇ ਛੱਡ ਦੋਗੇ ਨਾ ਤਾਂ ਮੈਂ ਉਹ ਬਹੁਤ ਵਾਰ ਕੀਤਾ ਹੋਇਆ। ਮੈਨੂੰ ਪਤਾ ਹੈ ਕਿ ਕਿਵੇਂ ਗਿਰਨਾ ਤੇ ਕਿਵੇਂ ਆਪਣੀ ਬਾਡੀ ਨੂੰ ਰੋਲ ਕਰਕੇ ਖੜੇ ਹੋ ਜਾਣਾ ਪੈਣਾ। ਦੀਪ ਸਿੱਧੂ ਹੁਣਾਂ ਦੇ ਵੀ ਖਾਸੇ ਪ੍ਰਭਾਵ ਦੇ ਵਿੱਚ ਨਜ਼ਰ ਆਏ। ਰਾਜਨੀਤੀ ਬੇਸ਼ੱਕ ਸਾਨੂੰ ਘੱਟ ਆਉਂਦੀ ਹੋਵੇ ਪਰ ਲੜਨਾ ਅਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ। ਭੱਜਣ ਵਾਲੇ ਨੂੰ ਧਰਤੀ ਤੇ ਉੱਡਣ ਵਾਲੇ ਨੂੰ ਅਸਮਾਨ ਚਾਹੀਦਾ ਤੇ ਸਾਨੂੰ ਇਹ ਦੋਵੇਂ ਚਾਹੀਦੇ। ਜਿੱਥੇ ਸਾਨੂੰ ਮਿਲਣਗੇ ਜਿਵੇਂ ਵੀ ਮਿਲਣਗੇ ਅਸੀਂ ਛੱਡਣੇ ਥੋੜ੍ਹੀ ਆ। ਸਤਿ ਸ਼੍ਰੀ ਅਕਾਲ, ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਵਿਕਰਮ ਸਿੰਘ। ਸ਼ੈਰੀਮਾਨ ਦੇ ਗੀਤ ਦੀਆਂ ਲਾਈਨਾਂ ਨੇ, ਕਾਲਜ ਵਾਲੀ ਜੀਟੀ ਰੋਡ ਤੋਂ ਕਿੰਨੇ ਰਾਹ ਨਿਕਲੇ, ਕੁਝ ਨੂੰ ਮਿਲ ਗਈ ਨੌਕਰੀ, ਕੁਝ ਹੋ ਕੇ ਤਬਾਹ ਨਿਕਲੇ। ਇਹ ਗੱਲ ਮੈਂ ਕਿਉਂ ਕਰ ਰਿਹਾ, ਇਹ ਗੱਲ ਇਸ ਲਈ ਕਰ ਰਿਹਾ ਕਿਉਂਕਿ ਅੱਜ ਜਿਹੜੇ ਕਿਰਦਾਰ ਦੇ ਨਾਲ ਤੁਹਾਡੀ ਮੈਂ ਮੁਲਾਕਾਤ ਕਰਵਾਉਣ ਜਾ ਰਿਹਾ, ਚੋਟੀ ਦੇ ਰੈਸਲਰ ਨੇ AEW ਦੇ ਵਿੱਚ। ਜਿਵੇਂ WWE ਇੱਕ ਮਸ਼ਹੂਰ ਰੈਸਲਿੰਗ ਦਾ ਜਿਹੜਾ ਰੈਸਲਿੰਗ ਹੁੰਦੀ ਹੈ, ਜਿਵੇਂ ਉਸੇ ਤਰ੍ਹਾਂ AEW ਇੱਕ AEW ਦੇ ਵਿੱਚ ਫੇਮਸ ਰੈਸਲਰ ਨੇ ਜੋਰਾ ਜੋਹਲ। ਔਰ ਇਹ ਕਾਲਜ ਵਾਲੀ ਗੱਲ ਮੈਂ ਤਾਂ ਕਰਕੇ ਕੀਤੀ ਹੈ ਕਿਉਂਕਿ ਲਾਰੈਂਸ ਬਿਸ਼ਨੋਈ ਸਮੇਤ ਹੋਰ ਕਈ ਨਾਂ ਜਿਹੜੇ ਇਹਨਾਂ ਦੇ ਨਾਲ ਜੁੜਦੇ ਆ, ਜਿਨ੍ਹਾਂ ਦੇ ਨਾਲ ਇਹ ਪੜ੍ਹਦੇ ਰਹੇ ਨੇ, ਇਕੱਠੇ ਰਹੇ। ਕੋਈ ਕੁਛ ਬਣ ਗਿਆ, ਕੋਈ ਕੁਛ ਬਣ ਗਿਆ, ਕੋਈ ਕੁਛ ਬਣ ਗਿਆ। ਕੋਈ ਤਾਂ ਬਿਊਰੋਕ੍ਰੇਸੀ ਦੇ ਵਿੱਚ ਆ ਗਏ, ਕੋਈ ਪੋਲੀਟੀਸ਼ੀਅਨ ਬਣ ਗਏ, ਕੋਈ ਪੁੱਠੇ ਸਿੱਧੇ ਕੰਮਾਂ ਵੱਲ ਤੁਰ ਪਏ ਤੇ ਜੋਰੇ ਜੌਲ ਵਰਗੇ ਪੁੱਠੇ ਸਿੱਧੇ ਕੰਮ ਛੱਡ ਕੇ ਚੰਗੀ ਜ਼ਿੰਦਗੀ ਜਿਉ ਰਹੇ ਨੇ, ਪੰਜਾਬੀਆਂ ਦਾ ਨਾਂ ਉੱਚਾ ਕਰ ਰਹੇ ਨੇ। ਔਰ ਇਸ ਵੇਲੇ ਅਮਰੀਕਾ ਤੋਂ ਸਿੱਧਾ ਸਾਡੇ ਨਾਲ ਜੁੜ ਰਹੇ ਨੇ ਜੋਰਾ ਜੌਲ। ਜੌਲ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਵੀ ਜੀ। ਧੰਨਵਾਦ ਤੁਹਾਡਾ ਬਹੁਤ ਬਹੁਤ ਮੈਨੂੰ ਆਪਣੇ ਟੀਵੀ ਚੈਨਲ ਤੇ ਲੈ ਕੇ ਆਉਣ ਲਈ। ਬਾਈ ਜੀ, ਮੈਂ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਸ਼ੈਰੀਮਾਨ ਦੇ ਗੀਤ ਦਾ ਔਰ ਜੋਰਾ ਜੌਲ ਬੈਠੇ ਆ। ਪਹਿਲਾਂ ਗੱਲਬਾਤ ਆਪਣੀ ਹੋ ਰਹੀ ਸੀ, ਬੇਸ਼ੱਕ ਅੱਜ ਲਾਰੈਂਸ ਬਿਸ਼ਨੋਈ ਹੁਣੀ ਜੇਲ੍ਹ ਦੇ ਅੰਦਰ ਨੇ। ਸਿੱਧੂ ਮੂਸੇਵਾਲਾ ਦਾ ਜੋ ਕਤਲ ਕੀਤਾ ਨਾ ਜੁੜਿਆ ਔਰ ਉਹਨਾਂ ਨੇ ਉਹ ਕਿਸ ਅੱਡ ਵੇ ਤੇ ਤੁਰ ਪਏ, ਤੁਸੀਂ ਅੱਡ ਵੇ ਤੇ ਤੁਰ ਪਏ, ਕੋਈ ਪੋਲੀਟੀਸ਼ੀਅਨ ਬਣ ਗਿਆ। ਔਰ ਤੁਸੀਂ ਵੀ ਸੋਪੂ ਦੇ ਜਿਸ ਤਰੀਕੇ ਦੇ ਨਾਲ, ਮੈਂ ਸ਼ੁਰੂ ਇਸੇ ਤੋਂ ਹੀ ਕਰਦਾ ਗੱਲ, ਕਿ ਤੁਸੀਂ ਵੀ SD ਕਾਲਜ ਦੱਸਿਆ ਕਿ ਸੋਪੂ ਦੇ ਪ੍ਰਧਾਨ ਰਹੇ ਔਰ ਉਸ ਤੋਂ ਬਾਅਦ ਪਰਚੇ ਵੀ ਚੱਲ ਰਹੇ ਸੀ ਤੁਹਾਡੇ ਤੇ, ਜੇਲ੍ਹ ਵੀ ਤੁਸੀਂ ਇਕੱਠਿਆਂ ਨੇ ਕੱਟੀ ਹੈ ਲਾਰੈਂਸ ਬਿਸ਼ਨੋਈ ਹੋਣਾ ਦੇ ਨਾਲ, ਹੋਰ ਵੀ ਕਈ ਜਣੇ ਸੀ। ਉਸ ਤੋਂ ਬਾਅਦ ਤੁਸੀਂ ਇਹ ਸਾਰੇ ਟਰੈਕ ਤੋਂ ਬਿਲਕੁਲ ਇੱਕ ਲਾਈਨ ਵੱਖਰੀ ਚੁਣ ਲਈ ਕਿ ਅੱਜ ਚੋਟੀ ਦੇ ਰੈਸਲਰ ਔਰ ਪੰਜਾਬ ਦਾ ਨਾਂ ਉੱਚਾ ਕਰ ਰਹੇ ਹੋ। ਸਾਨੂੰ ਬਹੁਤ ਮਾਣ ਹੁੰਦਾ ਇਸ ਗੱਲ ਦੇ ਉੱਪਰ। ਤਾਂ ਸਭ ਤੋਂ ਪਹਿਲਾਂ ਤਾਂ ਮੈਂ ਕਰੀਅਰ ਦੀ ਸ਼ੁਰੂਆਤ ਔਰ ਉਹਨਾਂ ਦਿਨਾਂ ਦੇ ਵਿੱਚ ਲੈ ਕੇ ਜਾਣਾ ਚਾਹੂੰਗਾ ਤੁਹਾਨੂੰ। ਉਹ ਸਟਰਗਲ ਦੀ ਕਹਾਣੀ ਜ਼ਰੂਰ ਇੱਕ ਵਾਰ ਦੱਸਿਓ ਕਿ ਤੁਸੀਂ ਕਿਵੇਂ ਟਰੈਕ ਚੇਂਜ ਕੀਤਾ ਔਰ ਕਿਵੇਂ ਤੁਸੀਂ ਅਮਰੀਕਾ ਜਾ ਕੇ ਅੱਜ ਇਸ ਪ੍ਰੋਫੈਸ਼ਨ ਦੇ ਵਿੱਚ ਜੁੜੇ। ਬਈ ਸਮਾਂ ਉਹ ਥੋੜਾ ਜਿਹਾ ਏਦਾਂ ਦਾ ਹੀ ਸੀ। ਕੁਛ ਜਿਵੇਂ ਨਵੇਂ ਮੈਂ ਬਈ 10ਵੀਂ ਤੋਂ ਬਾਅਦ ਜਿਵੇਂ ਚੰਡੀਗੜ੍ਹ ਮੂਵ ਹੋਇਆ ਸੀ ਹਨਾ ਪਿੰਡ ਤੋਂ, ਤੇ ਉਹ ਸਮਾਂ ਥੋੜਾ ਜਿਹਾ ਏਦਾਂ ਹੀ ਸੀ ਕਿ ਜਿਵੇਂ ਉਹ ਕਹਿੰਦੇ ਹੁੰਦੇ ਕਿ ਭੇਡ ਤੇ 4 ਦਿਨ ਆਉਂਦੇ ਆ ਤਾਂ ਉਹ ਵੀ ਛਾਲਾਂ ਮਾਰਦੀ ਹੁੰਦੀ ਹੈ ਨਾ। ਤਾਂ ਉਵੇਂ ਉਹ ਜਵਾਨ ਸੀ, ਕੁਛ ਤਕੜੇ ਤੁਕੜੇ ਸੀ ਕਿ ਖੇਡਣ ਖੁੱਡਣ ਦਾ ਸ਼ੌਂਕ ਸੀ। ਤਾਂ ਉਹ ਐਵੇਂ ਹੀ ਜਿਵੇਂ ਥੋੜੀ ਬਹੁਤੀ ਹਉਮੈ ਹੁੰਦੀ ਸੀ ਕਿ ਯਾਰ ਕੋਈ ਕੌਣ ਕਿਵੇਂ ਕੋਈ ਦੇਖ ਜੂ, ਕੌਣ ਕਿਵੇਂ ਕੋਈ
ਉਹ ਉਦਾਂ ਦਾ ਹੀ ਫਿਰ ਉਹ ਗਰੁੱਪ ਨੈਟਵਰਕ ਫਰੈਂਡ ਸਰਕਲ ਬਣਦੇ ਰਹੇ ਹੌਲੀ ਹੌਲੀ, ਹਨਾ ਸੀ ਉਵੇਂ ਦਾ ਹੀ ਤਾਮਝਾਮ ਜਾ ਹੁੰਦਾ ਗਿਆ। ਫਿਰ ਹੌਲੀ ਹੌਲੀ ਕਾਲਜ 'ਚ ਜਾ ਕੇ ਉਹ ਚੀਜ਼ ਵੱਧ ਜਾਂਦੀ ਹੈ। ਫਿਰ ਜਦੋਂ ਕਾਲਜ ਤੱਕ ਜਾਂਦੇ ਆ ਤਾਂ ਫਿਰ ਇਹ ਹੈ ਕਿ ਫਿਰ ਥੋੜਾ ਜਿਹਾ ਯੂਨੀਵਰਸਿਟੀ ਦੀ ਪੋਲਿਟਿਕਸ ਆ ਜਾਂਦੀ ਸੀ, ਇਨਵੋਲਵ ਹੋ ਜਾਂਦੀ ਸੀ। ਸੋ ਓਦਾਂ ਫਿਰ ਸਾਰੇ ਇੱਕ ਹੈ ਕਿ ਛੋਟਾ ਜਿਹਾ ਬਹੁਤਾ ਕੋਈ ਵੱਡਾ ਦਾਇਰਾ ਹੈ ਨਹੀਂ ਆਪਣੇ ਪੰਜਾਬ ਚੰਡੀਗੜ੍ਹ ਦਾ, ਉੱਥੇ ਸਾਰੇ ਇੱਕ ਦੂਜੇ ਨੂੰ ਰਾਈਟ ਅਵੇ ਪਤਾ ਲੱਗ ਜਾਂਦਾ ਕਿ ਕੌਣ ਕੀ ਹੈ ਨਾ। ਤਾਂ ਉਹ ਫਿਰ ਇੱਕ ਸਮਾਂ ਏਦਾਂ ਸੀ ਕਿ ਬਸ ਉਹ ਕਾਲਜ ਦੇ ਟਾਈਮ ਥੋੜਾ ਜਿਹਾ ਇੱਕ ਟਾਈਮ ਲਈ ਡਿਸਟਰੈਕਟ ਜਿਵੇਂ ਹੁੰਦਾ, ਮੇਰਾ ਕਰੀਅਰ, ਮੇਰੀ ਲਾਈਫ। ਤੇ ਪਰ ਇਹ ਹੈ ਕਿ ਗੁਰੂ ਸਾਹਿਬ ਦਾ ਬਹੁਤ ਉਸ ਟਾਈਮ ਓਟ ਆਸਰਾ ਰਿਹਾ, ਤੇ ਉਹਨਾਂ ਨੇ ਜਿਵੇਂ ਹੁੰਦਾ ਕਿ ਕਿਸੇ ਤਰੀਕੇ ਨਾਲ ਬਾਂਹ ਫੜੀ ਤੇ ਕਿਸੇ ਤਰੀਕੇ ਨਾਲ ਜਿਵੇਂ ਮੱਤ ਇੱਕ ਚੰਗੇ ਰਸਤੇ ਨੂੰ, ਉਸ ਹਉਮੈ ਹੰਕਾਰ ਨੂੰ ਥੋੜਾ ਕਿਸੇ ਤਰ੍ਹਾਂ ਦੱਬ ਕੇ ਤੇ ਇੱਕ ਤਰ੍ਹਾਂ ਜਿਵੇਂ ਇੱਕ ਵਧੀਆ ਰਸਤਾ ਦਿਖਾਤਾ। ਸੋ ਮੈਂ ਉੱਥੇ ਬੀਟੈਕ ਲਾਂਡਰਾ ਤੋਂ ਕਰੀ ਤੇ 2012 ਚ ਮੈਂ ਬਾਹਰ ਆ ਗਿਆ ਸੀ ਹਨਾ ਜੀ, ਮਾਸਟਰਸ ਡਿਗਰੀ ਕਰਨ ਲਈ। ਤੇ 2011 ਤੋਂ ਜਦੋਂ ਮੈਂ ਗ੍ਰੈਜੂਏਟ ਹੋ ਕੇ 12 ਚ ਫਿਰ ਮੈਂ ਉਸ ਟਾਈਮ ਅਸੀਂ ਪਾਰਟੀ ਪ੍ਰਧਾਨ ਹੁੰਦਾ ਮੈਂ SD ਕਾਲਜ ਸੋਪੂ ਵੱਲੋਂ। ਤੇ ਉਹ ਸਾਡਾ ਜਿਵੇਂ ਸਾਰਾ ਇੱਕ ਸਟੂਡੈਂਟ ਉਸ ਟਾਈਮ ਸਾਰੇ ਇੱਕ ਗਰੁੱਪ ਬਣਿਆ ਹੋਇਆ ਸੀ। ਬਰਿੰਦਰ ਹੁੰਦਾ ਸੀ, ਬਰਿੰਦਰ ਢਿੱਲੋਂ, ਜਿਹੜੇ ਮੇਰੇ ਖਿਆਲ ਨਾਲ ਹੁਣ ਕਾਂਗਰਸ ਦੇ ਕੋਈ ਲੀਡਰ ਹੈ। ਯੂਥ ਦੇ ਪ੍ਰੈਜ਼ੀਡੈਂਟ ਹਰਪ੍ਰੀਤ ਹੁੰਦਾ ਸੀ, ਯੂਥ ਦੇ ਪ੍ਰੈਜ਼ੀਡੈਂਟ, ਹਾਂਜੀ ਹਰਪ੍ਰੀਤ ਹੁੰਦਾ ਸੀ। ਮੇਰਾ ਨਾਮ ਵੀ ਹਰਪ੍ਰੀਤ ਹੈ ਤੇ ਇੱਕ ਹਰਪ੍ਰੀਤ ਬਾਈ ਮੁਲਤਾਨੀ ਹੁੰਦਾ ਸੀ, ਹੋਰ ਅੰਕੁਸ਼ ਹੁੰਦਾ ਸੀ ਸਾਡੇ ਨਾਲ ਦਾ, ਬਈ ਘਰ ਹੁੰਦੇ ਸੀ। ਸੋ DAV ਕਾਲਜ ਦਾ ਏਦਾਂ ਹੀ ਉਹਨੂੰ ਲਾਰੈਂਸ ਨੂੰ ਲਾਇਆ ਹੋਇਆ ਸੀ, ਜਦਕਿ ਸਾਡੀ ਐਡੀ ਕੋਈ ਆਪਸ ਚ ਇੰਨੀ ਕੋਈ ਕਲੋਜ਼ ਯਾਰੀ ਦੋਸਤੀ ਹੈ ਨਹੀਂ ਸੀ ਏਦਾਂ ਦੀ ਐਸ ਸੱਚ। ਮਿੱਤਰ ਸੀ ਆਪਣਾ ਉਹਨਾਂ ਦੇ ਨਾਲ ਦੇ, ਵਿੱਕੀ ਨਾਲ ਮੇਰਾ ਬਹੁਤ ਸੀ ਉਸ ਟਾਈਮ ਫਰੇਮ। ਵਿੱਕੀ ਬੜਾ ਇੱਕ ਚਲੋ ਮੈਨੂੰ ਕਹਿਣੀ ਬਣਦੀ ਹੈ ਜਿਹੜੀ ਗੱਲ ਹੈ ਉਹਦੀ ਚੰਗੀ। ਵਿੱਕੀ ਦਾ ਇੱਕ ਬਹੁਤ ਹੀ ਚੰਗੀ ਗੱਲ ਹੁੰਦੀ ਸੀ ਬਈ, ਉਹ ਕਦੇ ਵੀ ਜਿਵੇਂ ਸਾਡੇ ਇੱਕ ਨਾਲ ਦੇ ਮੁੰਡੇ ਦੀ ਬਹੁਤ ਲਾਰੈਂਸ ਨਾਲ ਲੱਗਦੀ ਹੁੰਦੀ ਸੀ ਹਨਾ ਏਦਾਂ ਕਾਲਜ ਚ ਉਸ ਟਾਈਮ, ਵਿੱਕੀ ਨੇ ਕਦੇ ਵੀ ਬਾਈ ਦੇਖ ਲਓ ਉਹਦੀ ਹਮੇਸ਼ਾ ਉਹਨੇ ਇਹ ਕਿਹਾ ਕਿ ਕਿਸੇ ਤਰ੍ਹਾਂ ਇਹਨਾਂ ਦੀ ਗੱਲ ਨਿਬੜ ਜੇ ਤੇ ਆਪਸ ਚ ਬੈਠ ਕੇ ਆਪਾਂ ਭਰਾ ਇਕੱਠੇ ਹੋਈਏ। ਉਹਦੀ ਇਹ ਇੱਕ ਬੜੀ ਆਦਤ ਹੁੰਦੀ ਸੀ ਕਿ ਹਰੇਕ ਨਾਲ ਉਹਦਾ ਕੰਪਰੋਮਾਈਜ਼ ਜੇ ਕਿਸੇ ਵੀ ਤਰੀਕੇ ਨਾਲ ਕਿ ਬੈਠ ਕੇ ਜੇ ਗੱਲ ਨਿਬੜ ਜੇ। ਸੋ ਏਦਾਂ ਇਸ ਕਰਕੇ ਮੇਰਾ ਵਿੱਕੀ ਨਾਲ ਹੈ ਹੁਣ ਵੀ, ਜਿਵੇਂ ਥੋੜੇ ਟਾਈਮ ਬਈ ਦੇ ਹੁੰਦਾ ਜਦੋਂ ਗੱਲਬਾਤ ਹੁੰਦੀ ਉਹ ਤੋਂ 5-4 ਮੈਨੂੰ ਲੱਗਦਾ ਹਫ਼ਤੇ 2-4 ਹਫ਼ਤੇ ਪਹਿਲਾਂ ਵੀ ਮੈਨੂੰ DM ਕਰ ਦਿੰਦਾ ਸੀ। ਕੋਈ ਵੀ ਉਹਨੇ ਪੋਸਟਰ ਦੇਖਣਾ ਮੇਰੀ ਰੈਸਲਿੰਗ ਦਾ, ਉਹਨੇ ਰਾਈਟ ਅਵੇ DM ਕਰਕੇ ਕਿ ਵੀਰੇ ਮੈਨੂੰ ਤੇਰੇ ਤੇ ਬਹੁਤ ਮਾਣ ਹੈ, ਪ੍ਰਾਊਡ ਹੈ। ਸੋ ਉਹ ਸਮਾਂ ਸੀ। ਫਿਰ ਉਸ ਤੋਂ ਬਾਅਦ ਫਿਰ ਮੈਂ ਜਿਵੇਂ ਬਾਹਰ ਆ ਜਾਂਦਾ ਕਿ ਜਿਵੇਂ ਕਿਹਾ ਕਿ ਗੁਰੂ ਸਾਹਿਬ ਨੇ ਇੱਕ ਚੰਗੀ ਡਾਇਰੈਕਸ਼ਨ ਦੇਤੀ, ਤੇ ਫਿਰ ਮੈਂ ਇੱਥੇ ਆ ਕੇ 2 ਸਾਲ ਦੱਬ ਕੇ ਮਿਹਨਤ ਕੀਤੀ ਪੜ੍ਹਾਈ 'ਚ, ਮਾਸਟਰਸ ਕੀਤੀ ਉਹ ਵੀ ਕੰਪਿਊਟਰ ਸਾਇੰਸ 'ਚ। ਉਹ ਮੇਰੇ ਲਈ ਬਹੁਤ ਹਾਸਲ ਸੀ, ਇੱਕ ਸਟਰਗਲ ਸੀ 2 ਸਾਲ, ਕਿਉਂਕਿ ਇੱਥੇ ਇੰਨੀ ਆਪਣਾ ਪੰਜਾਬ ਨਹੀਂ ਇੰਨੀ ਮੈਂ ਪੜ੍ਹਾਈ ਵੱਲ ਇੰਨਾ ਗੌਰ ਕੀਤਾ। ਸੋ ਉਹ 2 ਸਾਲ ਮੈਂ ਬਹੁਤ ਚੰਗੀ ਤਰ੍ਹਾਂ ਦਿੱਤੇ ਆਪਣੇ ਆਪ ਨੂੰ। ਫਿਰ ਉਸ ਤੋਂ ਬਾਅਦ 2 ਸਾਲ ਬਾਅਦ ਫਿਰ ਮੈਂ ਇੱਕ ਸਾਫਟਵੇਅਰ ਇੰਜੀਨੀਅਰ ਦੀ ਜੌਬ ਲੱਭੀ, ਉਹ ਜੌਬ ਸ਼ੁਰੂ ਕੀਤੀ, ਤਦ ਫਿਰ ਮੈਂ ਆਪਣੇ ਪੈਰਾਂ ਤੇ ਥੋੜਾ ਖੜਾ ਹੋਇਆ ਤੇ ਫਿਰ ਮੈਂ ਰੈਸਲਿੰਗ ਦੀ ਟ੍ਰੇਨਿੰਗ ਸ਼ੁਰੂ ਕੀਤੀ। ਪਰ ਮੈਂ ਜਦੋਂ ਚੰਡੀਗੜ੍ਹ ਵੀ ਸੀ ਬਈ, ਇੰਡੀਆ ਵੀ ਸੀ, ਉਦੋਂ ਨਾਲ ਨਾਲ ਮੈਂ ਪਹਿਲਾਂ ਫੁੱਟਬਾਲ ਖੇਲਦਾ ਰਿਹਾ। 2011 ਚ ਮਿਸਟਰ ਚੰਡੀਗੜ੍ਹ ਜਿਹੜਾ ਆਪਣਾ ਬਾਡੀ ਬਿਲਡਿੰਗ ਕੰਪੀਟੀਸ਼ਨ ਹੁੰਦੇ ਆ, ਉਹ ਮੈਂ ਸਟੇਟ ਕੰਪੀਟੀਸ਼ਨ ਜਿੱਤਿਆ ਸੀ 2011 ਚ। ਤੇ ਮਿਸਟਰ ਇੰਡੀਆ ਵੀ ਖੇਡਣ ਗਿਆ ਸੀ ਚੰਡੀਗੜ੍ਹ ਵੱਲੋਂ। ਤੇ ਪਰ ਨਾਲ ਨਾਲ ਫਿਰ ਉਹ ਵੀ ਚੱਲਦਾ ਰਿਹਾ। ਫਿਰ ਜਦੋਂ ਮੈਂ ਇੱਥੇ ਆਇਆ ਫਿਰ ਉਹ ਮੈਨੂੰ ਸਿਖਾਲਾ ਰਿਹਾ ਕਿ ਜਦੋਂ ਮੈਂ ਰੈਸਲਿੰਗ ਸ਼ੁਰੂ ਕੀਤੀ ਮੈਂ ਆਲਰੇਡੀ ਐਥਲੀਟ ਸੀ। ਸੋ ਏਦਾਂ ਮੇਰਾ ਸ਼ੁਰੂਆਤ ਹੋਇਆ। ਅਗਲੇ ਸਫ਼ਰ ਦੀ ਵੀ ਗੱਲ ਕਰੂੰਗਾ ਬਾਈ। ਮੈਂ ਸਭ ਤੋਂ ਪਹਿਲਾਂ ਇਹ ਵੀ ਜਾਣਨਾ ਚਾਹੁੰਦਾ, ਉਹ ਲੋਕ ਜਿਹੜੇ ਨਵੇਂ ਅਟਰੈਕਟ ਹੁੰਦੇ ਆ, ਖਾਸ ਤੌਰ ਤੇ ਜਿਹੜਾ ਕਿਹਾ ਜਾਂਦਾ ਕਿ ਭਾਈ ਕਲਚਰ ਕਹਿ ਲਓ ਜਾਂ ਬਾਈ ਕਲਚਰ ਜਿਹੜਾ ਚੱਲ ਪਿਆ ਹੈ ਕਿ ਬਾਈ ਨੇ ਕਹਿਤਾ ਜੀ ਇਹ ਕੰਮ ਕਰਨਾ। ਨਵੇਂ ਜਿਹੇ ਮੁੰਡੇ ਜਿਹੜੇ ਆ ਕੋਈ 15, 16, 17 ਸਾਲਾਂ ਤੋਂ ਬਾਅਦ ਜਿਹੜੇ ਸ਼ੁਰੂ ਹੁੰਦੇ ਆ, ਖਾਸ ਤੌਰ ਤੇ ਹਥਿਆਰਾਂ ਵਾਲੇ ਬੰਨੇ ਜਾਂ ਫਿਰ ਜਿਹੜਾ ਸਟੂਡੈਂਟ ਪੋਲਿਟਿਕਸ ਤੋਂ ਬਾਅਦ ਦੂਸਰੇ ਬੰਨੇ ਜਿਹੜਾ ਖਾਸ ਤੌਰ ਤੇ ਕ੍ਰਾਈਮ ਦੀ ਦੁਨੀਆ ਵੱਲ ਨੂੰ ਉਹਨਾਂ ਦਾ ਧਿਆਨ ਖਿੱਚਿਆ ਜਾਂਦਾ ਜਿਹੜੀਆਂ ਗੱਲਾਂ ਕਰਕੇ। ਉਹ ਲੋਕਾਂ ਨੂੰ ਪਹਿਲਾਂ ਤਾਂ ਕੀ ਕਹਿਣਾ ਚਾਹੋਗੇ? ਜਿਵੇਂ ਤੁਸੀਂ ਦੱਸਿਆ ਕਿ ਜੇਲ੍ਹ 'ਚ ਵੀ ਰਹੇ ਹੋ ਔਰ ਪਰਚੇ ਨਿਪਟਾਏ ਤੁਸੀਂ, ਸਾਰੀਆਂ ਚੀਜ਼ਾਂ ਕਰਕੇ ਫਿਰ ਤੁਸੀਂ ਇੱਕ ਬਹੁਤ ਵਧੀਆ ਆਪਣਾ ਕਰੀਅਰ ਦੀ ਸ਼ੁਰੂਆਤ ਕੀਤੀ ਔਰ ਮੈਨੂੰ ਲੱਗਦਾ ਕਿ ਅੱਜ ਹਰ ਇੱਕ ਪੰਜਾਬੀ ਤੁਹਾਡੇ ਤੇ ਮਾਣ ਮਹਿਸੂਸ ਕਰਦਾ ਹੋਏਗਾ। ਬਈ ਜੀ ਸਭ ਤੋਂ ਪਹਿਲਾਂ ਤਾਂ ਇਸ ਗੱਲ ਨੂੰ ਸਮਝਣਾ ਪਊਗਾ ਕਿ ਇਹ ਕੋਈ ਬਾਹਲੀ ਚੰਗੀ ਗੱਲ ਨਹੀਂ ਹੈ ਨਾ, ਜਿਹੜੀ ਜੇ ਤੁਸੀਂ ਮੇਰਾ ਪਿਛਲਾ ਬੈਕਗਰਾਉਂਡ ਦੇਖੋ ਨਾ, ਉੱਥੋਂ ਜਿਹੜਾ ਉਹ ਸਮਾਂ ਸੀ ਉਹ ਤੇ ਮੈਨੂੰ ਕੋਈ ਪ੍ਰਾਊਡ ਨਹੀਂ ਹੈ ਹਨਾ। ਜਦੋਂ ਕਿਸੇ ਨਾਲ ਜੇ ਕਿਸੇ ਦਾ ਆਪਣੇ ਹੱਥੋਂ ਸੱਟ ਵੀ ਲੱਗੀ ਹੈ ਜਾਂ ਕੋਈ ਹੋਰ ਗੱਲ ਵੀ ਹੋਈ ਹੈ ਏਦਾਂ ਦੀ, ਭਾਵੇਂ ਸਕੂਲ ਚ ਕਾਲਜ ਦੀ ਗੱਲ ਹੈ, ਕਾਲਜ ਚ 3600 ਗੱਲਾਂ ਹੁੰਦੀਆਂ, ਪਰ ਉਸ ਗੱਲ ਤੇ ਮਾਣ ਵਾਲੀ ਕੋਈ ਉਹ ਮਾਣ ਵਾਲੀ ਗੱਲ ਨਹੀਂ ਹੈ। ਸੋ ਜਦੋਂ ਅਸੀਂ ਨਵੇਂ ਸਕੂਲ ਕਾਲਜਾਂ ਚ ਆਉਂਦੇ, ਛੋਟੀ ਛੋਟੀ ਈਰਖਾ, ਛੋਟੀ ਛੋਟੀ ਗੱਲ ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਕੋਈ ਮੋਢਾ ਵੀ ਮਾਰ ਕੇ ਨਿਕਲ ਜਾਂਦਾ ਸੀ। ਉਹ ਏਦਾਂ ਹੁੰਦਾ ਸੀ ਯਾਰ ਕਿ ਬਈ
ਕਿਵੇਂ ਮਾਰ ਕੇ ਨਿਕਲ ਗਿਆ, ਏਡੀ ਹਉਮੈ ਹੁੰਦੀ ਸੀ। ਉਸ ਟਾਈਮ ਮਹਿਸੂਸ ਨਹੀਂ ਹੁੰਦਾ ਸੀ, ਹਨਾ, ਉਸ ਟਾਈਮ ਮਹਿਸੂਸ ਨਹੀਂ ਹੋਇਆ। ਸੋ ਇੱਕ ਇਹ ਬਹੁਤ ਹੈ। ਤੇ ਉਸ ਤੋਂ ਬਾਅਦ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਜਿਹੜਾ ਬਾਈ ਕਲਚਰ ਬਹੁਤ ਜ਼ਿਆਦਾ, ਤਾਂ ਬਾਈ ਏਦਾਂ ਹੀ ਹੁੰਦਾ ਸੀ ਸਾਡੇ ਨਾਲ ਵੀ, ਉਸ ਟਾਈਮ ਵੀ ਏਦਾਂ ਹੀ ਹੁੰਦਾ ਸੀ। ਮੈਨੂੰ ਨਹੀਂ ਲੱਗਦਾ ਕਿ ਸਾਡੇ ਕੋਈ 1 2 ਜਾਂ 3 ਤੋਂ ਇਲਾਵਾ ਕੋਈ ਆਪਣੇ ਪਰਸਨਲ ਕਦੇ ਝਗੜੇ ਕੋਈ ਏਦਾਂ ਹੁੰਦੇ ਸੀ। ਉਹ 99% ਜਿਹੜੀ ਕੋਈ ਗੱਲ ਹੋਣੀ ਉਹ ਬਸ ਬਾਈਓ ਹੁੰਦੇ ਸੀ ਕੋਈ। ਸੋ ਇਸ ਕਰਕੇ ਪਰ ਮੈਨੂੰ ਪਤਾ ਕਿ ਬਾਈ ਜਦੋਂ ਕਿ ਜ਼ਿੰਦਗੀ ਨੇ ਜਦੋਂ ਜ਼ਿੰਦਗੀ ਨੇ ਮੋੜ ਲਿਆ ਏ ਕਿ ਸਭ ਕੁਝ ਆਪਣੇ ਆਪ ਆਪਣੇ 2 4 5 ਗਿਣੇ ਚੁਣੇ ਯਾਰ ਦੋਸਤ ਆ ਜਿਹੜੇ ਉਹ ਅੱਜ ਵੀ ਹੈਗੇ ਆ ਨਾਲ, ਪਹਿਲਾਂ ਵੀ ਬਾਈ ਕੋਈ ਨਹੀਂ ਪੁੱਛਦਾ, ਹਨਾ, ਕਿ ਜਿਵੇਂ ਕਹਿੰਦੇ ਹੁੰਦੇ ਆ ਕਿ ਆਪਣੇ ਦਮ ਤੇ ਉਹ ਅਕਾਲ ਪੁਰਖ ਦੇ ਓਟ ਆਸਰੇ ਹੀ ਜੋ ਹੁੰਦਾ। ਸੋ ਇਸ ਕਰਕੇ ਇਹ ਚੀਜ਼ਾਂ ਨੂੰ ਜੇ ਜਿੰਨਾ ਸਾਈਡ ਤੇ ਰੱਖ ਕੇ ਜੋ ਵੀ ਤੁਸੀਂ ਜ਼ਿੰਦਗੀ 'ਚ ਕਰਨਾ, ਕੋਈ ਇਹੋ ਜਿਹੀ ਚੀਜ਼ ਜਿਹਦੇ ਨਾਲ ਅਸਲ ਮਾਇਨੇ 'ਚ ਕੋਈ ਸਮਾਜ 'ਚ ਤਬਦੀਲੀ ਆ ਸਕੇ, ਤੁਹਾਡੇ ਮਾਪੇ ਨੂੰ, ਤੁਹਾਡੇ ਸਮਾਜ ਨੂੰ, ਤੁਹਾਡੀ ਕਮਿਊਨਿਟੀ ਨੂੰ। ਸਾਡੀ ਕਮਿਊਨਿਟੀ ਨੂੰ ਬਹੁਤ ਲੋੜ ਹੈ ਇਹੋ ਜਿਹੇ ਬੰਦਿਆਂ ਦੀ ਜਿਹੜੀ ਅੱਗੇ ਆ ਕੇ ਕੁਛ ਕਰੇ। ਸੋ ਉਹ ਚੀਜ਼ ਵੱਲ ਗੌਰ ਕਰੋ। ਆਪਣੀ ਹਉਮੈ ਜਿਹੜੀ ਹੁੰਦੀ ਹੈ ਨਾ, ਤੇ ਜਿਹੜੀ ਅਰਲੀ ਏਜ ਹੁੰਦੀ ਹੈ 16 ਸਾਲ ਤੋਂ ਲੈ ਕੇ 23 24 ਵਾਲੀ, ਇਹਦੇ 'ਚ ਬਹੁਤ ਛੇਤੀ ਮਨ ਚੰਗੇ ਬੁਰੇ ਪਾਸੇ ਨੂੰ ਡਿਸਟਰੈਕਟ ਹੁੰਦਾ। ਸਾਡੇ ਨਾਲ ਹੋਇਆ, ਮੈਂ ਆਪਣੇ ਐਕਸਪੀਰੀਅੰਸ ਤੋਂ ਦੱਸ ਰਿਹਾ। ਤੇ ਉਸ ਚੀਜ਼ਾਂ ਨੂੰ ਜੇ ਸਾਈਡ ਤੇ ਰੱਖ ਕੇ ਆਪਣਾ ਕੋਈ ਜਿਹੜਾ ਸਿੱਧਾ ਤੇ ਇਹੋ ਜਿਹਾ ਕੋਈ ਰਸਤਾ ਜਿਹੜਾ ਸਮਾਜ ਨੂੰ ਸੇਧ ਦੇ ਸਕੇ, ਤੁਹਾਡੇ ਸਮਾਜ ਨੂੰ ਪ੍ਰਾਊਡ ਕਰ ਸਕੇ, ਤੇ ਉਹਦੇ ਵੱਲ ਨੂੰ ਜੇ ਤੁਰਿਆ ਜਾਵੇ ਤਾਂ ਮੇਰੇ ਖਿਆਲ ਨਾਲ ਬਿਹਤਰ ਹੈ ਬਈ। ਬਾਕੀ ਕਹਿ ਹੀ ਸਕਦੇ ਹਾਂ ਬਈ, ਇਹ ਜਿਹੜਾ ਹੁੰਦਾ ਨਾ ਕਿ ਜਦੋਂ ਬੰਦਾ ਦੌਰ ਚੋਂ ਨਿਕਲ ਰਿਹਾ ਹੁੰਦਾ, ਬੜਾ ਔਖਾ ਹੁੰਦਾ ਕਿ ਕੋਈ ਆ ਕੇ ਕਹਿੰਦਾ ਵੀ ਹੈ, ਜਿਵੇਂ ਮਾਂ ਪੇ ਵੀ ਜਾਂ ਕੋਈ ਵੀ ਕਹਿੰਦਾ ਸੀ ਬਈ, ਕੋਈ ਛੇਤੀ ਨਾਲ ਸੁਣਨੀ ਚੰਗੀ ਨਹੀਂ ਲੱਗਦੀ ਸੀ। ਪਰ ਹੁਣ ਕਹਿ ਹੀ ਸਕਦੇ ਆ, ਹਨਾ, ਕਿ ਜਿਹੜੇ ਆਪਣੇ ਛੋਟੇ ਭਰਾ ਹੈ ਕਿ ਭਾਈ ਕੋਈ ਚੰਗੇ ਰਸਤੇ ਤੇ ਹੋ ਲਈਏ, ਕਿ ਆਹ ਚੀਜ਼ਾਂ ਨਾਲ ਕੋਈ ਫਾਇਦਾ ਨਹੀਂ ਹੈ। ਅਸੀਂ ਬਹੁਤ ਕੋਲੋਂ ਹੰਢਾਈਆਂ ਹੋਈਆਂ, ਬਹੁਤ, ਭਾਵੇਂ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਹੁਣ ਉੱਤੇ ਬੈਠੇ ਆ, ਜਿਨ੍ਹਾਂ ਨੂੰ ਜੇਲੇ ਅੰਦਰ ਬੈਠੇ ਆ, ਜਾਂ ਫਿਰ ਜਿਹੜੇ ਨਹੀਂ ਰਹੇ, ਕਿ ਕਿੰਨੇ ਕਲੋਜ਼ਲੀ ਦੇਖਿਆ ਕਿ ਕੋਈ ਫਾਇਦਾ ਹੈ ਨਹੀਂ। ਇਹ ਆਪਣੀ ਹਉਮੈ, ਆਪਣੀ ਈਗੋ ਤੇ ਉਸ ਦੇ ਚੱਕਰ 'ਚ ਇੱਕ ਦੂਜੇ ਦਾ ਨੁਕਸਾਨ, ਹੋਰ ਕੁਛ ਨਹੀਂ ਹੈ ਇਸ ਤੋਂ ਇਲਾਵਾ ਬਈ। ਤੇ ਇਹਨੂੰ ਥੋੜਾ ਜਿਹਾ ਜੇ ਥੱਲੇ ਰਹਿ ਕੇ ਤੁਸੀਂ ਅਸਲ ਜ਼ਿੰਦਗੀ ਨੂੰ ਦੇਖੀਏ ਤਾਂ ਬਹੁਤ ਕੁਛ ਪਿਆ ਅੱਗੇ। ਜਦੋਂ ਤੁਸੀਂ ਜੇਲ੍ਹ ਵੀ ਰਹੇ, ਕਿਹੜੇ ਕੇਸ ਦੇ ਵਿੱਚ ਗਏ ਸੀ ਔਰ ਕੌਣ ਸੀ ਉਸ ਸਮੇਂ ਤੇ ਤੁਹਾਡੇ ਨਾਲ? ਬਈ ਮੈਂ ਗਿਆ ਸੀ 2000, ਮੇਰੇ ਖਿਆਲ ਨਾਲ 7 ਜਾਂ 8 ਦੀ ਗੱਲ ਹੋਣੀ ਹੈ। ਤੇ 26 ਦਾ ਕੇਸ ਸੀ। ਮੇਰੇ ਤੋਂ ਸੱਟ ਵੱਜ ਗਈ ਸੀ ਬਈ ਕਿਸੇ ਦੇ। ਉਸ ਗੱਲ ਤੇ ਵੀ ਬਹੁਤਾ ਕੋਈ ਮਾਣ ਵਾਲੀ ਗੱਲ ਨਹੀਂ ਹੈ ਨਾ ਬਈ। ਇੱਥੇ ਵੀ ਇੱਕ ਦੇਖੋ, 2 ਗੱਲਾਂ ਏ। ਜਦੋਂ ਜੇ ਤੁਸੀਂ ਮੇਰੇ ਤੋਂ 7 ਸਾਲ ਪਹਿਲਾਂ ਪੁੱਛਦੇ, 10 12 ਸਾਲ ਪਹਿਲਾਂ ਪੁੱਛਦੇ, ਤਾਂ ਮੇਰਾ ਹੰਕਾਰ ਬੋਲਦਾ। ਤਾਂ ਮੈਨੂੰ ਕਹਿੰਦੇ ਕਿ ਮੇਰੇ ਤੇ 7 8 ਜਣੇ ਆ ਕੇ ਪੈ ਗਏ ਸੀ ਤਾਂ ਮੈਂ ਮਾਰਤੇ ਸੀ। ਪਰ ਹੁਣ ਜੇ ਤੁਸੀਂ ਮੈਨੂੰ ਪੁੱਛੇ, ਭਾਵੇਂ 7 8 ਜਣੇ ਆ ਕੇ ਪੈ ਵੀ ਗਏ ਸੀ, ਪਰ ਫਿਰ ਵੀ ਉਹ ਕੋਈ ਬਾਹਲੀ ਚੰਗੀ ਗੱਲ ਨਹੀਂ ਸੀ। ਕਿਸੇ ਦਾ ਨੁਕਸਾਨ ਹੋਇਆ ਮੇਰੇ ਹੱਥੋਂ, ਸੱਟ ਵੱਜੀ, ਤੇ ਉਸ ਕੇਸ 'ਚ ਮੈਨੂੰ ਅੰਦਰ ਜਾਣਾ ਪਿਆ ਸੀ। ਤੇ ਮੇਰੇ ਕੇਸਵਾਰ ਸੀ ਜਿਹੜੇ ਮੁੰਡੇ, ਉਹ ਤੋਂ 2 3 ਜਣੇ ਹੋਰ ਸੀ, ਆਪਣੇ ਮਿੱਤਰ ਸੀ। ਉਹਨਾਂ ਦਾ ਵਿਚਾਰਿਆਂ ਦਾ ਕੋਈ ਰੋਲ ਵੀ ਨਹੀਂ ਸੀ, ਐਵੇਂ ਮੈਂ ਤੁਹਾਨੂੰ ਕਹਾਂ। ਪਰ ਹੋਰ ਜਿਵੇਂ ਉਸ ਟਾਈਮ ਵਿੱਕੀ ਸੀ, ਇਹ ਅੱਡ ਕੇਸ 'ਚ ਆਏ ਸੀ। ਇਹਨਾਂ ਨੇ 10 ਸੈਕਟਰ ਗੋਲੀ ਚਲਾਤੀ ਸੀ। ਅਮਨ ਮਲਤਾਨੀ ਹੁੰਦਾ ਸੀ ਮੁੰਡਾ, ਇੱਕ ਅਮਨਦੀਪ ਮਲਤਾਨੀ। ਇਹਨਾਂ ਨੇ 10 ਸੈਕਟਰ ਡੀਏਵੀ ਸੈਕਟਰ ਗੋਲੀ ਚਲਾਤੀ ਸੀ ਮੇਰੇ ਖਿਆਲ ਨਾਲ। ਉਸ ਕੇਸ 'ਚ ਸੀ ਇਹ, ਤੇ ਵਿੱਕੀ ਸੀ, ਲਾਰੈਂਸ ਸੀ, ਅਮਨਦੀਪ ਸੀ ਮਲਤਾਨੀ, 2 4 ਮੁੰਡੇ ਹੋਰ ਸੀ ਇਸ ਕੇਸ 'ਚ। ਤੇ ਅੱਡ ਕੇਸ 'ਚ ਆਏ ਹੋਏ ਸੀ। ਇੱਕ ਲੁਧਿਆਣੇ ਰੋਬਰੀ ਵਾਲੇ ਕੇਸ 'ਚ ਆਏ ਹੋਏ ਸੀ, ਸ਼ੇਰਾ ਕੁੱਬਨ ਸੀ, ਜੈਪਾਲ ਭੁੱਲਰ ਸੀ, ਟੀਨੂ ਸੀ, ਇੱਕ ਇਹਨਾਂ ਦੇ ਨਾਲ ਹੋਰ ਸੀ, ਮੈਂ ਨਾਂ ਭੁੱਲ ਗਿਆ। ਜਿਹੜੇ ਇਹਦੇ 4 ਜਣੇ ਹੁੰਦੇ ਸੀ ਗਰੁੱਪ ਦੇ, ਇਹਨਾਂ ਦੇ ਜਿਹੜੇ ਹੋਰ ਸੀ। ਸੋ ਉਹ 4 ਜਣੇ ਪੂਰੇ ਹੋ ਗਏ ਉਹ। ਸੋ ਇਹ ਸਾਰੇ ਸੀ ਉਸ ਟਾਈਮ ਜਿਵੇਂ। ਤਾਂ ਇਹ ਬੜਾ ਕਲੋਜ਼ਲੀ ਦੇਖਿਆ ਬਈ ਦੌਰ। ਉਸ ਤੋਂ ਬਾਅਦ ਤੁਸੀਂ USA ਜਾਂਦੇ ਹੋ, ਜਿੱਦਾਂ ਦੱਸਿਆ। ਫਿਰ ਬਾਕਸਿੰਗ ਵਾਲੇ ਬੰਨੇ ਨੂੰ ਕਿਵੇਂ, ਕਿਉਂਕਿ ਮੈਂ ਬਹੁਤ ਸਾਰੀਆਂ ਗੱਲਾਂ ਇਸ ਦੇ ਬਾਰੇ ਵੀ ਜਾਣਨੀਆਂ ਤੁਹਾਡੇ ਤੋਂ, ਬਾਕਸਿੰਗ ਵਾਲੇ ਬੰਨੇ ਕਿਵੇਂ ਰੁਝਾਨ ਹੋਇਆ ਜਦੋਂ ਤੁਸੀਂ ਇਸ ਬੰਨੇ ਆਉਂਦੇ ਹੋ, ਫਿਰ ਇਸ ਪ੍ਰੋਫੈਸ਼ਨ ਨੂੰ ਚੁਣਦੇ ਹੋ ਜਦੋਂ? ਬਈ ਰੈਸਲਿੰਗ ਇੱਕ ਇਹੋ ਜਿਹੀ ਚੀਜ਼ ਸੀ ਮੇਰੇ ਲਈ ਜੋ ਮੈਂ ਕਦੇ ਸੋਚਿਆ ਨਹੀਂ ਸੀ ਕਿ ਆਪਣੀ ਜ਼ਿੰਦਗੀ 'ਚ ਮੈਂ ਕਰ ਸਕਦਾ। ਕਿਉਂਕਿ ਜਿਹੇ ਜਿਹੇ ਮਾਹੌਲ ਤੋਂ ਅਸੀਂ ਨਿਕਲੇ ਸੀ, ਜਮਾ ਪਿੰਡ, ਹੈ ਨਾ ਜੀ। ਤੇ ਖੇਡਣ ਦਾ ਬਹੁਤ ਸ਼ੌਂਕ ਸੀ, ਐਥਲੀਟ ਸੀ। ਤੇ ਪਰ ਰੈਸਲਿੰਗ ਦਾ ਕੋਈ ਪਤਾ ਨਹੀਂ ਸੀ, ਕਿਉਂਕਿ ਬਈ ਸਾਡੇ ਤਾਂ ਆਪਣੇ ਤਾਂ ਕੋਈ ਸਕੂਲ ਵੀ ਨਹੀਂ ਸੀ ਇੱਥੇ ਰੈਸਲਿੰਗ ਵਾਲਾ, ਨਾ ਹੀ ਕੋਈ ਕਰਾਉਂਦਾ, ਨਾ ਹੀ ਕੋਈ ਕੰਪਨੀ ਹੈ। WWE ਹੋਰ ਕੰਪਨੀਆਂ ਸਾਰੀਆਂ ਅਮਰੀਕਾ ਸੀ। ਸੋ ਕਦੇ ਸੋਚਿਆ ਨਹੀਂ ਸੀ। ਤੇ ਜਦੋਂ ਮੈਂ ਇੱਥੇ ਮੂਵ ਹੋਇਆ, ਤੇ ਇੱਥੇ ਮੂਵ ਹੋ ਕੇ ਮੇਰੀ ਪੜ੍ਹਾਈ ਜੀ ਖਤਮ ਹੁੰਦੀ ਹੈ ਤੇ ਨੌਕਰੀ ਲੱਗਦੀ ਹੈ ਮੇਰੀ, ਤਾਂ ਉਦੋਂ ਫਿਰ ਮੇਰਾ ਇੱਕ ਹੁੰਦਾ ਕਿ ਕੁਛ ਇਹੋ ਜਿਹਾ ਕਰੀਏ ਕਿ ਜਿਹੜਾ
ਕਿ ਜੋ ਮੈਂ ਸੋਚਿਆ ਵੀ ਨਹੀਂ ਸੀ ਕਦੇ ਕਰਨਾ, ਕਿਉਂਕਿ ਮੇਰੇ ਬਈ ਜਿਹੜੇ, ਜੇ ਤੁਸੀਂ ਦੇਖੋ ਨਾ, ਇਹ ਟ੍ਰੈਜੈਕਟਰੀ ਤੇ ਜਿਹੜਾ ਪਾਥ ਸਕੂਲ ਤੋਂ ਲੈ ਕੇ ਅਮਰੀਕਾ ਤੱਕ ਮੂਵ ਹੋਣ ਦਾ, ਇਹ ਬੜੀਆਂ ਚੀਜ਼ਾਂ ਇਹੋ ਜਿਹੀਆਂ ਸੀ ਕਿ ਜਿਹੜੀਆਂ ਮੈਂ ਕਦੇ ਵੀ ਨਹੀਂ ਸੋਚੀਆਂ ਸੀ। ਮੈਂ ਇਹੋ ਜਿਹੇ ਦੌਰ ਚ ਨੂੰ ਨਿਕਲਦਾ, ਉਸ ਦੌਰ ਨੂੰ ਕ੍ਰਾਸ ਕਰਕੇ ਕਿਸੇ ਤਰ੍ਹਾਂ ਇੱਕ ਪੋਜ਼ਿਟਿਵ ਪਾਸੇ ਵੀ ਚਲੇ ਜਾਣਾ। ਸੋ ਮੈਨੂੰ ਏਦਾਂ ਲੱਗਦਾ ਸੀ ਕਿ ਹੁਣ ਹੱਥ ਉਹਨੂੰ ਇਹ ਪਾਉਣਾ ਕੰਮ ਨੂੰ ਕਿ ਜਿਹੜਾ ਕਦੇ ਸੋਚਿਆ ਵੀ ਨਹੀਂ ਸੀ। ਸੋ ਰੈਸਲਿੰਗ ਮੈਂ ਏਦਾਂ ਹੀ ਸੀ, ਸੋਚੀ ਵੀ ਨਹੀਂ ਸੀ। ਤੇ ਐਕਚੁਅਲੀ ਉਹੀ ਗੱਲ ਹੋਈ, ਜਿਹੜੇ ਬੰਦਿਆਂ ਨੂੰ ਮੈਂ ਆਈਡੀਅਲਾਈਜ਼ ਕਰਦਾ ਸੀ, ਮੈਟ ਹਾਰਡੀ ਲਾਈਕ, ਉਹ ਹੋਰ ਵੀ ਕਾਫੀ ਬੰਦੇ ਹਨ, ਉਹ ਹੁਣ ਉਹਨਾਂ ਦੇ ਨਾਲ ਮੇਰੀ ਮਿੱਤਰਤਾ ਹੈ। ਉਹਨਾਂ ਨੂੰ ਜਦੋਂ ਜੀ ਕਰੀਦਾ ਫੇਸ ਟਾਈਮ ਕਰੀਦਾ, ਸੋ ਉਹ ਬਹੁਤ ਵੱਡੀ ਗੱਲ ਹੈ। ਤੇ ਰੈਸਲਿੰਗ ਵੀ ਕਰੀਏ ਨਾਲ ਤੇ ਕਰ ਰਹੇ ਆ। ਸੋ ਬਸ ਉਹੀ ਸੀ ਬਈ। ਅੱਛਾ, ਖਲੀ ਹੁਣਾਂ ਨੂੰ ਵੀ ਦੇਖਦੇ ਸੀ ਤੁਸੀਂ WWE ਤੇ? ਗ੍ਰੇਟ ਖਲੀ ਦੀ ਜਦੋਂ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਗ੍ਰੇਟ ਖਲੀ ਦਾ WWE ਤੇ ਜਦੋਂ ਰੈਸਲਿੰਗ ਆਉਣੀ ਹੁੰਦੀ ਸੀ ਤਾਂ ਉਦੋਂ ਦੇਖਦੇ ਹੁੰਦੇ ਸੀਗੇ ਕਿ ਯਾਰ ਅੱਜ ਖਲੀ ਦਾ ਮੈਚ ਆ, ਅੱਜ ਤਾਂ ਭਾਵੇਂ ਰਾਤ ਦੇ 12 ਵੱਜ ਜਾਣ, ਅੱਜ ਦੇਖਣਾ ਹੀ ਦੇਖਣਾ ਮੈਚ। ਹਾਂਜੀ ਹਾਂਜੀ ਬਈ, ਦੇਖਦੇ ਸੀ ਕਿਉਂਕਿ ਆਪਣੇ ਇਲਾਕੇ ਦੇ ਸੀ, ਆਪਣੇ ਸੀਗੇ ਹਨਾ। ਪਰ ਮੇਰਾ ਇੰਨਾ ਮਤਲਬ ਉਹਨਾਂ ਨਾਲ ਖਿਚਾਅ ਨਹੀਂ ਸੀ, ਕਿਉਂਕਿ ਉਹਨਾਂ ਦਾ ਟੋਟਲੀ ਡਿਫਰੈਂਟ ਇੱਕ ਸਟਾਈਲ ਹੁੰਦੇ ਆ ਨਾ, ਉਹਨਾਂ ਦਾ ਡਿਫਰੈਂਟ ਸਟਾਈਲ ਹੈ। ਉਹ ਇੱਕ ਵੱਡੇ 7 ਫੁੱਟ ਕੁਛ ਇੰਚ ਦੇ ਬੰਦੇ ਆ, ਉਹਨਾਂ ਦਾ ਉਹ ਬੜੀ ਸਲੋ ਤੇ ਇੱਕ ਜਾਇੰਟ ਟਾਈਪ ਆ ਉਹਨਾਂ ਦੇ। ਉਹ ਜਿਹਾ ਮੇਰਾ ਇੰਟਰਸਟ ਨਹੀਂ ਸੀ। ਮੈਨੂੰ ਲੱਗਦਾ ਸੀ ਕਿ ਜਿੱਥੇ ਐਕਚੁਅਲੀ ਰੈਸਲਿੰਗ ਹੁੰਦੀ, ਜਿੱਥੇ ਐਕਸ਼ਨ ਹੋ ਰਿਹਾ ਹੁੰਦਾ, ਦੇਖਦੇ ਜ਼ਰੂਰ ਸੀ, ਪਰ ਮੇਰਾ ਰੁਝਾਨ ਹੋਰ ਬੰਦਿਆਂ 'ਚ ਜ਼ਿਆਦਾ ਸੀ ਕਿ ਦੇਖਣ ਦਾ। ਜਿਵੇਂ ਰੌਕ ਹੋ ਗਿਆ, ਹੋਰ ਜਿੰਨੇ ਵੀ ਉਸ ਟਾਈਮ ਚੱਲਦੇ ਸੀ, ਜਿਵੇਂ ਸਟੋਨ ਕੋਲਡ ਰੌਕ, ਹੋਰ ਬਥੇਰੇ ਸੀ। ਜੌਨ ਸੀਨਾ ਹੋ ਗਿਆ। ਜੌਨ ਸੀਨਾ ਦੇ ਫਾਦਰ ਸਾਹਿਬ ਮੇਰੇ ਬਹੁਤ ਚੰਗੇ ਮਿੱਤਰ ਆ। ਬੜੀਆਂ ਗੱਲਾਂ ਇਹ ਜਿਹੀਆਂ ਜ਼ਿੰਦਗੀ 'ਚ ਹੋਣਗੀਆਂ ਜਿਹੜੀਆਂ ਏਦਾਂ ਲੱਗਦਾ ਕਿ ਜਿਵੇਂ ਫਨੀ ਜੀ ਗੱਲ ਹੁੰਦੀ ਆ। ਉਹਨਾਂ ਦੇ ਫਾਦਰ ਸਾਹਿਬ ਮੇਰੇ ਐਵੇਂ ਬਹੁਤ ਕਲੋਜ਼ ਮਿੱਤਰ ਆ। ਜਦੋਂ ਹੁੰਦੀ ਹੈ ਤਾਂ ਸਾਡੀ ਜਿਵੇਂ ਐਵੇਂ ਫੋਨ ਤੇ ਗੱਲ ਹੁੰਦੀ ਰਹਿੰਦੀ, ਮੈਨੂੰ ਦੱਸਦੇ ਰਹਿੰਦੇ ਕਿ ਏਦਾਂ ਇਹ ਮੈਚ ਇਹ ਨਹੀਂ ਕਰਨਾ ਚਾਹੀਦਾ ਸੀ, ਇਹ ਕਰਨਾ ਚਾਹੀਦਾ ਸੀ। ਸੋ ਉਹਨਾਂ ਵੱਲ ਸੀ ਮੇਰਾ, ਇਹੋ ਜਿਹੇ ਐਥਲੀਟਾਂ ਵੱਲ ਜ਼ਿਆਦਾ ਰੁਝਾਨ। ਪਰ ਦੇਖਦਾ ਜ਼ਰੂਰ ਸੀ ਬਾਈ ਨੂੰ ਵੀ, ਖਲੀ ਭਾਜੀ ਨੂੰ ਵੀ। ਮੈਂ ਕੰਮ ਵੀ ਕੀਤਾ ਆ ਕੇ ਇੱਥੇ ਗ੍ਰੇਟ ਖਲੀ ਭਾਜੀ ਦੀ ਅਕੈਡਮੀ 'ਚ। 2019 ਚ ਮੈਂ ਆ ਕੇ 3-4 ਉਹਨਾਂ ਲਈ ਸ਼ੋਅ ਵੀ ਕੀਤੇ ਸੀ ਇੱਥੇ ਇੰਡੀਆ, ਜਦੋਂ ਜਲੰਧਰ ਉਹਨਾਂ ਦੀ ਅਕੈਡਮੀ ਹੈ ਜਿਹੜੀ। ਹਾਂਜੀ ਹਾਂਜੀ ਹਾਂਜੀ, ਤੁਸੀਂ ਜੇ YouTube ਤੇ ਦੇਖੋਗੇ ਉਹਨਾਂ ਨੇ ਕਾਫੀ ਕੁਝ ਪਾਇਆ ਹੋਇਆ। ਮੇਰਾ ਨਾਮ ਉਦੋਂ, ਮੈਂ ਰੋਬੋ ਦਾ ਪੰਜਾਬੀ ਲਾਈਨ ਤੋਂ ਚੱਲਦਾ ਸੀ। ਓਕੇ। ਮੈਂ ਨਾਂ ਪਿਛਲੇ ਸਾਲ ਹੀ ਚੇਂਜ ਕੀਤਾ ਜਦੋਂ ਆਲ ਐਲੀਟ ਰੈਸਲਿੰਗ ਨਾਲ ਸਾਈਨ ਕੀਤਾ। ਉਸ ਤੋਂ ਪਹਿਲਾਂ ਰੋਬੋ ਦੇ ਨਾਂ ਤੋਂ ਸੀ। ਉਹ ਤੁਸੀਂ ਦੇਖੋਗੇ ਉਹਨਾਂ ਦੇ ਕਾਫੀ ਪੇजेस ਤੇ ਹੈਗੀਆਂ ਮੇਰੇ ਮੈਚਸ 3-4। ਠੀਕ ਹੈ। ਤਾਂ ਇਸ ਦੇ ਵਿੱਚ ਇਹ ਜ਼ਰੂਰ ਦੱਸੋ ਜੋਰੇ ਬਾਈ ਖੁੱਲ੍ਹ ਕੇ, ਕਿ ਜਿਵੇਂ ਐਕਸ਼ਨ ਹੁੰਦਾ ਹੈ ਇਸ ਦੇ ਵਿੱਚ, ਤਾਂ ਇਹ ਡਰਾਮੈਟਿਕ ਹੁੰਦਾ ਹੈ, ਡਰਾਮਾ ਕਿੰਨਾ ਕੁ ਹੁੰਦਾ ਹੈ ਜਿਹੜਾ ਰੈਸਲਿੰਗ ਜਿਹੜੀ ਹੁੰਦੀ ਹੈ ਇਹਦੇ ਵਿੱਚ? ਕਿੰਨਾ ਕੁ ਡਰਾਮਾ ਹੁੰਦਾ, ਜਾਂ ਲੋਕ ਕਹਿੰਦੇ ਕਿ ਜੇ ਤਾਂ ਡਰਾਮਾ ਹੈ, ਜਾਂ ਬਿਲਕੁਲ ਠੀਕ ਠਾਕ ਹੁੰਦਾ ਹੈ, ਜਾਂ ਫਿਲਮੀ ਸਟਾਈਲ ਦੇ ਵਿੱਚ ਹੁੰਦਾ? ਇਹ ਜ਼ਰੂਰ ਸਾਂਝਾ ਕਰਿਓ ਅੱਜ ਆਪਣਾ ਤਜਰਬਾ ਜਿਹੜਾ। ਇਹਨੂੰ ਤੁਸੀਂ ਬਈ ਜੀ ਇੱਕ ਤਰਾਜੂ 'ਚ ਨਹੀਂ ਦੇਖ ਸਕਦੇ, ਇੱਕ ਲੈਂਸ 'ਚ ਨਹੀਂ ਤੁਸੀਂ ਦੇਖ ਸਕਦੇ। ਐਕਸ਼ਨ, ਡਰਾਮਾ, ਕੈਮਰਾ ਵਰਕ ਜਿਵੇਂ ਮੂਵੀ 'ਚ ਹੁੰਦਾ ਹੈ ਸਾਰਾ ਡਰਾਮੈਟਿਕ, ਉਹ ਸਾਰਾ ਕੰਬੀਨੇਸ਼ਨ। ਉਸ ਤੋਂ ਬਾਅਦ ਫਿਰ ਐਕਟਿੰਗ, ਮਾਈਕ ਸਕਿੱਲ, ਬੋਲਣ ਦਾ ਤੁਹਾਡਾ ਤਰੀਕਾ, ਉਹ ਸਾਰਾ ਕੁਝ ਮਿਲਾ ਕੇ ਇੱਕ ਪੈਕੇਜ ਰੈਸਲਿੰਗ ਬਣਦੀ ਹੈ। ਜੇ ਤੁਸੀਂ ਐਂਟਰਟੇਨਮੈਂਟ ਐਸਪੈਕਟ ਤੇ ਡਰਾਮਾ ਐਸਪੈਕਟ ਤੁਸੀਂ ਰੈਸਲਿੰਗ 'ਚੋਂ ਕੱਢ ਦੋਗੇ ਨਾ, ਤਾਂ ਫਿਰ ਰੈਸਲਿੰਗ ਨੇ ਉਵੇਂ ਦਾ ਰਹਿਣਾ ਨਹੀਂ ਹੈ। ਪਰ ਜੇ ਤੁਸੀਂ ਕਹੋ ਕਿ ਜਿਹੜਾ ਮੂਵ ਹੁੰਦੇ ਆ ਜਾਂ ਫਿਰ ਤੁਸੀਂ ਉਹ ਸਾਰਾ ਕਰਦੇ ਹੋ, ਉਹਨੂੰ ਤਾਂ ਤੁਸੀਂ ਫੇਕ ਕਰ ਹੀ ਨਹੀਂ। ਹੁਣ ਤਾਂ ਅੱਜ ਦੀ ਡੇਟ 'ਚ ਤਾਂ ਬਿਲਕੁਲ ਹੀ ਨਹੀਂ ਕਰ ਸਕਦੇ। ਬਹੁਤ ਸਲੋਮੋ 'ਚ ਚੱਲਦਾ। ਹੁਣ ਜੇ ਮੈਂ ਤੁਹਾਨੂੰ ਸਿੱਟ ਰਿਹਾ ਤਾਂ ਤੁਹਾਨੂੰ ਸਿੱਟ ਰਿਹਾ, ਤੇ ਉਹ ਤਾਂ ਉਹ ਹੋ ਨਹੀਂ ਸਕਦੇ। ਇਹ ਜ਼ਰੂਰ ਹੈ ਕਿ ਇੱਕ ਡਰਾਮੈਟਿਕ ਜਿਵੇਂ ਤੁਸੀਂ ਕਿਹਾ, ਉਹ ਜ਼ਰੂਰ ਐਡ ਕਰਦੇ ਆ ਕੋਈ ਨਾ ਕੋਈ ਫੈਕਟਰ ਵਿੱਚ। ਐਕਟਿੰਗ ਫੈਕਟਰ ਵੀ ਐਡ ਕਰਦੇ ਆ ਤਾਂ ਕਿ ਸਾਰੀਆਂ ਚੀਜ਼ਾਂ ਵਧੀਆ ਤਰੀਕੇ ਨਾਲ ਫਲੋ ਹੋ ਕੇ ਐਂਟਰਟੇਨ ਕਰੇ ਆਪਣਾ ਆਡੀਅנס ਨੂੰ। ਨਹੀਂ, ਜਿਵੇਂ ਕਹਿੰਦੇ ਕੁਰਸੀਆਂ ਚੱਕ ਚੱਕ ਕੇ ਸਿਰ ਦੇ ਵਿੱਚ ਮਾਰਦੇ ਆ, ਖੂਨ ਨਿਕਲਣ ਲੱਗ ਜਾਂਦਾ ਹੈ, ਬਿਲਕੁਲ ਸਾਰੀਆਂ ਚੀਜ਼ਾਂ 110% ਵੱਜਦੀ ਹੈ ਜੀ ਅੱਜ ਦੀ ਡੇਟ 'ਚ। WWE ਨਾਲ ਤਾਂ ਜਿਹੜਾ ਹੈਡ, ਖੈਰ ਮੈਨੂੰ ਦੂਜੀ ਕੰਪਨੀ ਦੀ ਗੱਲ ਕਰਨੀ ਨਹੀਂ ਚਾਹੀਦੀ ਟੈਕਨੀਕਲੀ, ਪਰ ਦੱਸ ਦਿੰਦਾ। ਹੈਡ ਸ਼ਾਟ ਹੁੰਦੇ ਨੇ ਜਿਹੜੇ, ਉਹ ਬੈਨ ਹੀ ਕਰਤੇ ਆ। ਜਿਹੜੇ ਚੇਅਰ ਹੈਡ ਸ਼ਾਟ ਆ ਉਹ ਬੈਨ ਕਰਤੇ, ਕਿਉਂਕਿ ਲੋਕਾਂ ਦੇ ਹੈਡ 'ਚ ਵੱਜਦਾ ਸੀ ਤਾਂ ਕੰਕਸ਼ਨ ਹੋ ਜਾਂਦੀ ਸੀ। ਸੋ ਫਿਰ ਉਹ ਹੈਡ ਇੰਜਰੀਆਂ ਕਰਕੇ ਉਹਨਾਂ ਨੇ ਤਾਂ ਬੈਨ ਹੀ ਕਰਦੇ। ਸਾਡੀ ਕੰਪਨੀ 'ਚ ਤਾਂ ਹਲੇ ਵੀ ਚੱਲੀ ਜਾਂਦੇ ਆ। ਸੋ ਉਹ ਸਾਰਾ ਰੀਅਲ ਹੁੰਦਾ ਇਫੈਕਟ। ਤੇ ਬਹੁਤ ਚੀਜ਼ਾਂ ਦੀ ਇਹ ਹੈ ਕਿ ਬਈ ਅਸੀਂ ਹਰੇਕ ਚੀਜ਼ 100 200 ਵਾਰ ਕਰਦੇ ਹਾਂ। ਤੁਸੀਂ ਮੈਨੂੰ ਇੱਥੋਂ ਇਹ ਦੂਜੇ ਫਲੋਰ ਤੋਂ ਵੀ ਥੱਲੇ ਸਿੱਟ ਦੋਗੇ ਨਾ, ਤਾਂ ਮੈਂ ਉਹ ਬਹੁਤ ਵਾਰ ਕੀਤਾ ਹੋਇਆ ਆਲਰੇਡੀ। ਮੈਨੂੰ ਪਤਾ ਹੈ ਕਿ ਕਿਵੇਂ ਗਿਰਨਾ ਤੇ ਕਿਵੇਂ ਆਪਣੀ ਬਾਡੀ ਨੂੰ ਰੋਲ ਕਰਕੇ ਖੜੇ ਹੋ ਜਾਣਾ ਪੈਰਾਂ ਤੇ। ਮੈਂ ਕਿਵੇਂ ਆਪਣੇ ਆਪ ਨੂੰ ਸੇਵ ਕਰਨਾ। ਇਹ ਹੋ ਸਕਦਾ ਕਿ ਮੇਰੇ ਮੋਚ ਜਾਂ ਛੋਟੀ ਇੰਨੀ ਵਾਰੀ ਟ੍ਰੇਨਿੰਗ ਕਰੀ ਹੁੰਦੀ ਹੈ
ਇੰਨੀ ਏਰੀ ਉਹ ਕਰਿਆ ਹੁੰਦਾ ਕਿ ਅਸੀਂ ਉਹਨੂੰ ਕਰਨ ਦਾ ਸਾਨੂੰ ਤਰੀਕਾ ਪਤਾ ਹੁੰਦਾ ਬਸ। ਇਹੀ ਤਾਂ ਗੱਲ, ਨਹੀਂ ਤਾਂ ਹਰ ਕੋਈ ਕਰ ਲੇ। ਹੂੰ ਇਹ ਇੱਕ ਚੀਜ਼ ਹੋਰ ਦੱਸਿਓ, ਜਿਵੇਂ ਅੱਜ ਕੱਲ ਮੁੰਡਿਆਂ ਦੇ ਵਿੱਚ ਜਿਮ ਲਾਉਣ ਦਾ ਬਹੁਤ ਜ਼ਿਆਦਾ ਕਰੇਜ ਹੈ, ਔਰ ਸਟੀਰੋਇਡ ਲੈਣਾ ਜਾਂ ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਜ ਕੱਲ ਤਾਂ ਕਬੱਡੀ ਸਾਡੀ ਮਾਂ ਖੇਡ ਕਹੀ ਜਾਂਦੀ ਹੈ, ਕਬੱਡੀ ਦੇ ਵਿੱਚ ਵੀ ਨਸ਼ਾ ਵੜ ਗਿਆ ਹੈ। ਇਹਨਾਂ ਚੀਜ਼ਾਂ ਬਾਰੇ ਮੈਂ ਜ਼ਰੂਰ ਜਾਣਨਾ ਚਾਹੁੰਦਾ, ਨੌਜਵਾਨਾਂ ਨੂੰ ਵੀ ਕੀ ਸੁਜੈਸਟ ਕਰੋਗੇ ਤੁਸੀਂ, ਔਰ ਇਸ ਦੇ ਬਾਰੇ ਵੀ ਦੱਸਿਓ ਕਿ ਕੀ ਟੀਕੇ ਲਾ ਕੇ, ਜਿਵੇਂ ਕਿਹਾ ਜਾਂਦਾ ਹੈ ਕਿ ਕਬੱਡੀ ਦੇ ਵਿੱਚ ਜਾਂਦੇ ਆ ਲੋਕ ਬਹੁਤ ਸਾਰੇ, ਕਈ ਖਿਡਾਰੀਆਂ ਨੂੰ ਬੈਨ ਵੀ ਕੀਤਾ ਗਿਆ, ਇਸ ਰੈਸਲਿੰਗ ਦੇ ਵਿੱਚ ਵੀ ਇਹੋ ਜਿਹਾ ਹੁੰਦਾ ਕੁਝ? ਬਈ ਰੈਸਲਿੰਗ ਹੁਣ ਕੰਪਲੀਟਲੀ ਪਹਿਲਾਂ ਹੁੰਦਾ ਸੀ ਕਿ ਲੋਕ ਲੈਂਦੇ ਸੀ। ਪਹਿਲੀ ਗੱਲ ਤਾਂ ਬਈ ਇਹ ਗੱਲ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਸਟੀਰੋਇਡ ਜਾਂ ਕੋਈ ਵੀ ਪਰਫਾਰਮੈਂਸ ਐਨਹਾਂਸ ਕਰਨ ਵਾਲਾ ਜਿਹੜੀ ਚੀਜ਼ ਹੁੰਦੀ ਹੈ ਉਹਨੂੰ ਡਰੱਗ ਕਹਿੰਦੇ ਆ। ਸੋ ਉਹਨੂੰ ਡਾਕਟਰ ਜਾਂ ਕੋਈ ਵੀ ਇੱਥੇ ਦੀ ਆਪਣੀ ਐਸੋਸੀਏਸ਼ਨ ਹੈ ਜਿਹੜੀ ਸਪੋਰਟਸ ਵਾਲੀ, ਉਹ ਅਲਾਉ ਨਹੀਂ ਕਰਦੀ। ਸੋ ਇਹ ਕੋਈ ਸਿਹਤ ਵਾਸਤੇ ਬਹੁਤ ਮਾੜੀ ਚੀਜ਼ ਹੈ ਇਹ ਤਾਂ, ਚਾਹੇ ਤੁਸੀਂ ਜਿਮ 'ਚ ਯੂਜ਼ ਕਰ ਰਹੇ ਹੋ, ਚਾਹੇ ਤੁਸੀਂ ਆਪਣੀ ਸਪੋਰਟਸ 'ਚ ਯੂਜ਼ ਕਰ ਰਹੇ ਹੋ, ਚਾਹੇ ਤੁਸੀਂ ਰੈਸਲਿੰਗ ਲਈ ਯੂਜ਼ ਕਰ ਰਹੇ ਹੋ, ਚਾਹੇ ਤੁਸੀਂ ਸਿਰਫ, ਕਈ ਲੋਕ ਤਾਂ ਇੰਨੇ 'ਚ ਯੂਜ਼ ਕਰੀ ਜਾਂਦੇ ਕਿ ਮੈਂ ਜਿਮ 'ਚ ਵਰਕਆਊਟ ਕਰਾਂ ਤੇ ਮੈਂ ਸੋਹਣਾ ਲੱਗਾ, ਮੇਰਾ ਸਰੀਰ ਸੋਹਣਾ ਲੱਗੇ, ਹੈ ਨਾ ਜੀ। ਸੋ ਇਹ ਬੜੀ ਮਾੜੀ ਗੱਲ ਹੈ। ਇਹ ਗੱਲ ਸਾਫ਼ ਤੇ ਸਪਸ਼ਟ ਸ਼ਬਦਾਂ 'ਚ ਦੱਸ ਦਿੰਦੇ ਕਿ ਇਹ ਕੋਈ ਚੰਗੀ ਗੱਲ ਨਹੀਂ ਹੈ। ਇਹਦੇ 'ਚ ਇਹ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ ਅੰਟਿਲ ਅਨਲੈਸ ਤੁਸੀਂ ਪ੍ਰੋ ਲੈਵਲ ਬਾਡੀ ਬਿਲਡਰ ਹੋ, ਜਿਹੜੇ ਮਿਸਟਰ ਇੰਡੀਆ, ਮਿਸਟਰ ਓਲੰਪੀਆ ਇਹੋ ਜਿਹੇ ਲੈਵਲ ਦੇ ਤੁਸੀਂ ਕੰਪੀਟੀਸ਼ਨ ਖੇਲ ਰਹੇ ਹੋ। ਫਿਰ ਉਹ ਲੈਵਲ ਅੱਡ ਹੋ ਜਾਂਦਾ, ਉਹਨਾਂ ਦੇ ਡਾਕਟਰ ਹੁੰਦੇ ਆ, ਉਹ ਤਰੀਕੇ ਨਾਲ ਕਰਦੇ ਆ ਸਾਰਾ ਕੁਝ ਜੋ ਵੀ ਕਰਨਾ ਹੁੰਦਾ। ਤੁਸੀਂ ਕਦੇ ਲਿਆ ਸਟੀਰੋਇਡ, ਜਾਂ ਕਿਸੇ ਨੇ ਸੁਜੈਸਟ ਕਰਿਆ ਕਿ ਭਾਈ ਸਟੀਰੋਇਡ ਲੈ ਕੇ ਦੇਖੋ ਬਾਡੀ ਜਿਹੜੀ ਹੈ ਸ਼ੇਪ ਹੀ ਕਹਿੰਦੇ ਅੱਡ ਬਣ ਜਾਂਦੀ? ਇਸ ਤਰ੍ਹਾਂ ਦੀਆਂ ਧਾਰਨਾਵਾਂ ਚੱਲਦੀਆਂ ਨੇ, ਕਿਹਾ ਜਾਂਦਾ। ਬਾਈ ਜੀ ਮੈਨੂੰ 16-17 ਸਾਲ ਹੋ ਗਏ ਐਕਸਰਸਾਈਜ਼ ਕਰਦੇ ਨੂੰ, ਮਤਲਬ ਜਿਮ ਵਾਲੀ ਐਕਸਰਸਾਈਜ਼ ਕਰਦੇ ਨੂੰ। ਤੇ ਪਿਛਲੇ 10 ਸਾਲ 11 ਸਾਲ ਮੈਨੂੰ ਹੁਣ ਅਮਰੀਕਾ 'ਚ ਹੋ ਜਾਣੇ, ਇੱਥੇ ਯੂਐਸ 'ਚ। ਤੇ ਮੈਂ ਐਵਰੀ ਡੇ 2 ਵਾਰ ਟ੍ਰੇਨ ਕਰਦਾ ਦਿਨ 'ਚ, ਸਵੇਰੇ ਤੇ ਈਵਨਿੰਗ, ਬਿਨਾਂ ਨਾਗੇ ਤੋਂ। ਸਿਰਫ ਇੱਕ ਦਿਨ ਬ੍ਰੇਕ ਹੁੰਦੀ ਹੈ, ਸੰਡੇ ਦੀ ਬ੍ਰੇਕ ਲੈਣਾ ਨੂੰ, ਰੈਸਟ ਦੇ। ਤੇ ਸਵੇਰ ਨੂੰ 6 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਮੈਨੂੰ ਇੱਕ ਚੀਜ਼ ਦਾ ਪਤਾ ਹੁੰਦਾ ਕਿ ਇੰਨੇ ਗ੍ਰਾਮ ਪ੍ਰੋਟੀਨ ਗਿਆ, ਇੰਨੇ ਗ੍ਰਾਮ ਫੈਟ ਗਿਆ, ਇੰਨੇ ਗ੍ਰਾਮ ਕਾਰਬੋਹਾਈਡਰੇਟਸ ਗਏ ਹੈ, ਤੇ ਇੰਨਾ ਮੇਰਾ ਫਾਈਬਰ ਗਿਆ, ਤੇ ਕਿੰਨਾ ਸ਼ੂਗਰ ਗਿਆ ਹੈ। ਇੱਕ ਚੀਜ਼ ਮੈਨੂੰ ਮੇਰੀ ਲਿਖੀ ਹੋਈ ਹੁੰਦੀ ਹੈ ਇੱਥੇ। ਏਦਾਂ ਮੈਂ ਪਿਛਲੇ 10-12 ਸਾਲ ਤੋਂ ਕਰ ਰਿਹਾ, ਤਾਂ ਬਾਈ ਜੀ ਮੇਨਟੇਨ ਰੱਖੋ। ਇਹੀ ਹੈ ਅਸਲੀ ਜਿਹੜਾ ਤਰੀਕਾ ਹੈ, ਉਹ ਇਹ ਹੈ। ਤੇ ਇਹਨੂੰ ਸਮਾਂ ਲੱਗਦਾ ਬਹੁਤ। ਨਹੀਂ ਅੱਜ ਕੱਲ ਤਾਂ ਜ਼ਮਾਨਾ ਜਿਹੜਾ ਨਾ, ਕਹਿੰਦੇ ਕਿ ਮੈਨੂੰ ਤੁਸੀਂ ਜਿੱਥੇ ਅੱਜ ਕੱਲ ਤਾਂ ਕਾਲੀ ਬਹੁਤ ਹੋ ਗਈ ਹੈ। ਜੀ ਜੀ ਜੀ। ਹਾਂਜੀ, ਤੁਸੀਂ ਮੈਂ ਇਹ ਗੱਲ ਸਪਸ਼ਟ ਇਹ ਵੀ ਕਹਿ ਦਿੰਦਾ ਕਿ ਜਿੱਥੇ ਤੁਸੀਂ ਕਹੋਗੇ, ਕਈ ਲੋਕਾਂ ਨੂੰ ਹੁੰਦਾ ਕਿ ਬੰਦਾ ਵੈਸੇ ਹੀ ਕੀ ਸੱਚ ਨਹੀਂ ਕਹਿ ਰਹੇ ਜਾਂ ਕੁਛ, ਰਾਈਟ। ਪਰ ਤੁਸੀਂ ਜਿਹੜੀ ਜਗ੍ਹਾ ਕਹੋਗੇ, ਕੋਈ ਵੀ ਹਸਪਤਾਲ, ਜਿੱਥੇ ਵੀ, ਉੱਥੇ ਮੈਂ ਟੈਸਟ ਕਰਾ ਕੇ ਤੁਹਾਨੂੰ ਰਿਪੋਰਟ ਦੇ ਦੂੰਗਾ। ਤੁਸੀਂ ਆਪਣੇ ਚੈਨਲ ਤੇ ਪਬਲਿਸ਼ ਕਰ ਦਿਓ। ਇੱਕ ਵੀ ਬੈਂਡ ਚੀਜ਼ ਨਿਕਲਿਆ, ਤੁਸੀਂ ਸਟੀਰੋਇਡ ਤੋਂ ਬਹੁਤ ਦੂਰ ਦੀ ਲਾਈਕ ਹੋ ਰਿਹਾ, ਕੋਈ ਵੀ ਬੈਂਡ ਚੀਜ਼ ਨਿਕਲਿਆ ਵੀ ਬਲੱਡ ਚੋਂ ਜਾਂ ਕਿਤੇ ਵੀ ਬਾਡੀ ਚੋਂ, ਸਵਾਲ ਹੀ ਨਹੀਂ ਪੈਦਾ ਹੁੰਦਾ। ਕਿਉਂਕਿ 15 ਸਾਲ ਦੀ ਮਿਹਨਤ ਪਈ ਹੈ ਪਿੱਛੇ, 15 ਸਾਲ ਬਿਨਾਂ ਨਾਗੇ ਤੋਂ। ਕੋਈ ਬੰਦਾ ਕਿੰਨੇ ਹੀ ਫੰਕਸ਼ਨ ਵੀ ਬਾਈ ਜੀ ਅਟੈਂਡ ਹੋਣ ਤੋਂ ਰਹਿੰਦੇ ਆ, ਕਿੰਨੇ ਹੀ ਕੁਛ ਲਾਈਕ ਹੋਰ ਕਿੰਨੇ ਸੈਕਰੀਫਾਈਸਿਸ ਹੁੰਦੇ ਆ। ਕਈ ਯਾਰ ਦੋਸਤ ਵੀ ਛੱਡ ਗਏ, ਕਈ ਇਹੋ ਜਿਹੇ ਬੰਦੇ ਸੀ ਜਿਨ੍ਹਾਂ ਨਾਲ ਬਹੁਤ ਪ੍ਰੇਮ ਸੀ, ਉਹ ਵੀ ਜ਼ਿੰਦਗੀ ਦੇ ਸਾਈਡ ਤੇ ਹੋ ਜਾਂਦੇ ਆ। ਪਰ ਇਸ ਚੀਜ਼ ਨੂੰ ਪ੍ਰਮੁੱਖ ਰੱਖ ਕੇ ਹੀ ਅੱਗੇ ਚੱਲਣਾ ਪਿਆ, ਤਾਂ ਹੀ ਅੱਗੇ ਸਕਸੈਸਫੁਲ ਹੋਣ ਦਾ। ਸੋ ਇਹਦੇ 'ਚ ਈਜ਼ੀ ਰਾਊਟ ਹੈ ਜਿਹੜਾ, ਉਹ ਤਾਂ ਇਹ ਹੈ, ਪਰ ਉਹ ਲੌਂਗ ਟਰਮ ਨਹੀਂ ਹੈ। ਇੱਕ ਹੋਰ ਗੱਲ ਹੈ, ਇਹ ਜੇ ਤੁਸੀਂ ਕੋਈ ਵੀ ਡੋਪ ਜਾਂ ਡਰੱਗ ਯੂਜ਼ ਕਰ ਲੈਂਦੇ ਹੋ, ਕੁਝ ਸਮੇਂ ਦਾ ਹੀ ਰਿਜ਼ਲਟ ਹੁੰਦਾ ਉਹ। ਜਦੋਂ ਉਹ ਡ੍ਰੌਪ ਤੁਹਾਡੀ ਬਾਡੀ ਚੋਂ, ਬਲੱਡ ਚੋਂ ਥੋੜੀ ਚੋਂ ਨਿਕਲ ਜਾਂਦਾ ਬਈ, ਨਾ ਤਾਂ ਤੁਹਾਡੀ ਪਰਫਾਰਮੈਂਸ ਉਹੀ ਜਿਹੀ ਰਹਿੰਦੀ ਹੈ, ਨਾ ਹੀ ਤੁਹਾਡੀ ਰਿਕਵਰੀ, ਤੇ ਜਿਵੇਂ ਇੰਜਰੀ ਹੁੰਦੀ ਹੈ ਤਾਂ ਨਾ ਹੀ ਤੁਹਾਡੀ ਰਿਕਵਰੀ ਛੇਤੀ ਹੋਣੀ ਜੇ ਕੋਈ ਸੱਟ ਵੱਜ ਗਈ, ਤੇ ਨਾ ਹੀ ਤੁਹਾਡਾ ਜਿਹੜਾ ਹਾਰਮੋਨਲ ਬਾਡੀ 'ਚ ਹਾਰਮੋਨਸ ਕੰਮ ਕਰਦੇ ਆ, ਤੁਹਾਡਾ ਟੈਸਟੋਸਟੇਰੋਨ ਲੈਵਲ ਹੋ ਗਿਆ, ਹੋਰ ਹੋ ਗਏ, ਉਹ ਸਾਰੇ ਸਭ ਕੁਝ ਡ੍ਰੌਪ ਕਰ ਜਾਣਾ। ਸੋ ਲੌਂਗ ਟਰਮ ਜੇ ਤੁਸੀਂ ਦੇਖੋ, ਜੇ ਲੰਬੀ ਰੇਸ ਦੀ ਤੁਸੀਂ ਗੱਲ ਕਰਦੇ ਹੋ, ਫਿਰ ਤੁਸੀਂ ਉਹਦੇ 'ਚ ਸਕਸੈਸਫੁਲ ਨਹੀਂ ਰਹਿੰਦੇ। ਤੇ ਦੂਜੀ ਗੱਲ ਹੈ ਤੁਹਾਡੀ ਕਾਰਡੀਓਵੈਸਕੂਲਰ ਹੈਲਥ ਬਈ, ਜਿਹੜੀ ਦਿਲ ਦੀ ਹੈਲਥ ਹੈ, ਉਹਨੂੰ ਬਹੁਤ ਅਫੈਕਟ ਕਰਦਾ ਹੈ ਸਾਰਾ ਡੋਪ ਡਰੱਗ। ਤਾਂ ਹੀ ਬਹੁਤ ਬੰਦੇ ਆਪਣੇ ਦੇਖੇ ਪਿੱਛੇ, ਚਲੋ ਕਹਿ ਦੇਣੀ ਚਾਹੀਦੀ ਹੈ ਜਿਹੜੀ ਗੱਲ ਸੱਚ ਹੈ ਹੁਣ, ਕਿ ਬਹੁਤ ਬੰਦੇ ਹਾਰਟ ਅਟੈਕ ਹੋ ਜਾਂਦਾ ਜਾਂ ਕੁਛ ਹੋ ਜਾਂਦਾ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕਿਸ ਹਿਸਾਬ ਨਾਲ ਕੀ ਕਰ ਰਹੇ ਆ। ਸੋ ਦੇ ਬੇਸਿਕਲੀ ਪਲੇ ਵਿਦ देयर ਬਾਡੀ, ਆਪਣੀ ਬਾਡੀ ਨਾਲ ਖੇਡ ਹੀ ਜਾਂਦੇ ਆ, ਤੇ ਉਹਨਾਂ ਦਾ ਜਾਨੀ ਨੁਕਸਾਨ ਹੋ ਜਾਂਦਾ। ਅੱਛਾ, ਤੁਸੀਂ ਕਿੰਨੇ ਮੈਚ ਜਿੱਤੇ ਹੋ, ਉਹ ਵੀ ਜ਼ਰੂਰ ਆਪਣਾ ਤਜਰਬਾ ਵੀ ਮੈਂ ਜ਼ਰੂਰ ਚਾਹੂੰਗਾ ਕਿ ਤੁਸੀਂ ਸਾਂਝਾ ਕਰਿਓ।
ਬਈ AEW ਦਾ ਮੇਰਾ ਇਸ ਸਾਲ ਦਾ ਮੇਰੇ ਖਿਆਲ ਨਾਲ ਟੋਟਲ ਮੈਚ ਮੇਰੇ ਖਿਆਲ ਨਾਲ 7 ਜਾਂ 8 ਜਿੱਤੇ ਆ ਤੇ 3 ਹਾਰੇ ਆ, ਇਦਾਂ ਦਾ ਕੁਝ ਮੇਰੇ ਕਨਫਰਮ ਨਹੀਂ ਹੈ। ਪਰ ਜਿਵੇਂ ਹੁਣ ਤੱਕ ਤਾਂ ਬਈ ਮੈਂ ਕਾਊਂਟ ਹੀ ਨਹੀਂ ਕੀਤਾ ਪਿਛਲੇ 6-7 ਸਾਲਾਂ ਤੋਂ ਕਿੰਨੇ ਮੈਚ ਕਰ ਲਏ, ਮੈਨੂੰ ਲੱਗਦਾ 700-800 ਮੈਚ ਤਾਂ ਹੋ ਗਏ ਹੋਣੇ ਆ ਤਕਰੀਬਨ। ਰਫਲੀ ਆਈਡੀਆ ਹੀ ਦੱਸ ਰਿਹਾ। ਪਰ ਲੋਕਲ ਮੈਚ ਬਹੁਤ ਕਰੇ ਬਈ, 40 ਬੰਦਿਆਂ ਦੇ ਅੱਗੇ ਵੀ ਰੈਸਲਿੰਗ ਕਰੀ ਹੈ, 5 ਬੰਦਿਆਂ ਦੇ ਅੱਗੇ ਵੀ ਰੈਸਲਿੰਗ ਕਰੀ ਹੈ। ਕਦੇ ਇਸ ਗੱਲ ਤੋਂ ਇਹ ਨਹੀਂ ਸੋਚਿਆ ਕਿ ਯਾਰ ਉਹਦਾ ਤਾਂ ਕੋਈ ਬੰਦਾ ਹੀ ਹੈ ਨਹੀਂ ਕਿ ਮੈਂ ਐਵੇਂ ਆਪਣਾ ਸਰੀਰ ਤੋੜ ਰਿਹਾ ਜਾਂ ਕੁਝ ਹੋ ਰਿਹਾ, ਕਿ ਬਹੁਤ ਛੋਟਾ ਲੈਵਲ ਹੈ ਜਾਂ ਕੁਝ ਵੀ। ਪਿਛਲੇ 5-6 ਸਾਲਾਂ ਤੋਂ 5 ਸਾਲਾਂ ਤੋਂ ਬਈ ਇਹੀ ਕਰਿਆ, ਬਿਲਕੁਲ ਛੋਟੇ ਲੈਵਲ ਤੋਂ ਜਮਾ ਥੱਲਿਓਂ ਸ਼ੁਰੂ ਕੀਤਾ। ਇੱਥੇ ਜਿਹੜੇ ਛੋਟੇ ਛੋਟੇ ਮੈਚ ਹੁੰਦੇ ਉੱਥੇ ਜਾ ਕੇ ਕੁਰਸੀਆਂ ਲਾਉਣੀਆਂ, ਰਿੰਗਾਂ ਤੋੜਨੀ, ਰਿੰਗ ਲਾਉਣੀ, ਇਸ ਚੀਜ਼ 'ਚ ਕਦੇ ਵੀ ਕੋਈ ਉਹ ਨਹੀਂ ਸਮਝੀ ਕਿ, ਕਿਉਂਕਿ ਮੈਨੂੰ ਪਤਾ ਸੀ ਕਿ ਤਰੀਕਾ ਜਿਹੜਾ ਹੈ ਨਾ ਉਹ ਸਟੈਪ ਬਾਏ ਸਟੈਪ, ਜੇ ਥੱਲੇ ਤੋਂ ਉੱਪਰ ਨੂੰ ਹੌਲੀ ਹੌਲੀ ਜਾਓ ਤਾਂ ਉਹਦੇ ਤੋਂ ਹੀ, ਉਹਦੇ 'ਚ ਹੀ ਨਜ਼ਾਰਾ ਹੈ, ਉਹਦੇ 'ਚ ਹੀ ਸੈਟਿਸਫੈਕਸ਼ਨ ਹੈ। ਸੋ ਉੱਥੋਂ ਸ਼ੁਰੂ ਕਰਕੇ ਹੁਣ ਤੱਕ, ਜਿਵੇਂ ਹੁਣ 10,000 15,000 ਕੱਲ ਰਾਤ ਜਿਹੜੇ ਸੀ ਮੇਰੇ ਖਿਆਲ ਨਾਲ 10,000 10-12,000 ਬੰਦੇ ਸੀ ਰਾਤ ਵਾਲੇ ਇਵੈਂਟ 'ਚ ਇੱਥੇ, ਉਹ ਹੁਣ ਅੱਡ ਹੀ ਨਜ਼ਾਰਾ ਹੁੰਦਾ ਫਿਰ ਉਹਦਾ, ਜਦੋਂ 4 ਬੰਦੇ ਅੱਗੇ ਵੀ ਰੈਸਲਿੰਗ ਕਰੀ ਹੁੰਦੀ ਤੇ 10,000 ਬੰਦੇ ਅੱਗੇ ਵੀ, ਇੱਕ ਡਿਫਰੈਂਟ ਹੀ ਹੁੰਦਾ ਐਕਸਪੀਰੀਅੰਸ। ਪਰ 500-600 ਮੈਚ ਹੋ ਗਏ ਹੋਣੇ ਬਈ, ਹੁਣ ਇੰਨਾ ਚੇਤੇ ਨਹੀਂ ਕਿ ਕਿੰਨੇ ਜਿੱਤੇ ਕਿੰਨੇ ਹਾਰੇ। ਅੱਛਾ, ਕਿਹੜੇ ਕਿਹੜੇ ਕਿੱਥੋਂ ਕਿੱਥੋਂ ਦੇ ਕੰਪੀਟੀਟਰ ਹੁੰਦੇ ਨੇ, ਜਿਹੜੇ ਖਿਡਾਰੀ ਜਾਂ ਜਿਹੜੇ ਰੈਸਲਰ? ਬਈ ਮੋਸਟਲੀ ਤਾਂ ਇੱਥੋਂ ਦੇ ਹੀ ਆ ਜਿੰਨੇ ਕੁ ਵੀ, ਯੂਐਸਏ ਚ ਇਸ ਦਾ ਕ੍ਰੇਜ਼ ਬਹੁਤ ਜ਼ਿਆਦਾ ਹੈ। ਬਈ ਜਾਪਾਨ ਬਹੁਤ ਆ, ਜਾਪਾਨ ਦੇ ਬਹੁਤ ਆ, ਪਰ ਮੇਰਾ ਮੌਕਾ ਨਹੀਂ ਲੱਗਿਆ ਕਿਸੇ ਜੈਪਨੀਜ਼ ਰੈਸਲਰ ਨਾਲ ਰੈਸਲ ਕਰਨ ਦਾ ਹਾਲੇ ਤੱਕ। ਕੈਨੇਡੀਅਨ ਕਾਫੀ ਆ, ਕ੍ਰਿਸ ਜੈਰਿਕੋ ਸਾਡੀ ਕੰਪਨੀ 'ਚ ਆ, ਪੁਰਾਣਾ WWE ਦਾ ਸਟਾਰ ਹੈ, ਕੈਨੇਡੀਅਨ ਆ ਉਹ। ਹੋਰ ਵੀ ਹੋਣੇ ਆ ਕਾਫੀ, ਤੇ ਮੋਸਟਲੀ ਅਮਰੀਕਾ ਦੀ ਆ। ਇੰਡੀਆ ਦੇ ਕਿੰਨੇ ਕਿੰਨੇ ਤੁਹਾਡੇ ਤੋਂ ਇਲਾਵਾ? ਬਈ ਮੇਰੀ ਕੰਪਨੀ 'ਚ ਮੈਂ ਤੇ ਸਤਨਾਮ ਆ ਬਈ, ਪਹਿਲਾਂ ਬਾਸਕਟਬਾਲ ਖੇਲਦਾ ਹੁੰਦਾ ਸੀ, ਉਹਨੇ ਹੁਣੇ ਟ੍ਰੇਨਿੰਗ ਸ਼ੁਰੂ ਕੀਤੀ ਹੈ, ਸਾਲ ਕੁ ਵੀ ਨਹੀਂ ਹੋਇਆ ਮੇਰੇ ਖਿਆਲ ਨੂੰ, ਸਾਲ ਕੁ ਹੋ ਗਿਆ ਹੋਣਾ। ਤੇ ਉਹ ਇਹ ਮੇਰੀ ਕੰਪਨੀ ਨਾਲ ਹੀ ਸਾਈਨਡ ਹੈ। ਤੇ ਮੈਨੂੰ ਲੱਗਦਾ ਹਲੇ 1-2 ਮੈਚ ਉਹਨੇ ਟੈਗ ਕਰੇ ਆ, ਇਕੱਲੇ ਸਿੰਗਲਸ ਮੈਚ ਨਹੀਂ ਕੀਤਾ ਹਲੇ ਤੱਕ ਉਹਨੇ ਕੋਈ। ਤੇ ਪਰ ਹੋ ਰਿਹਾ ਬਾਈ ਰੈਡੀ, ਉਹਦੀ ਵੀ ਜਿਵੇਂ 7 ਫੁੱਟ 2-3 ਇੰਚ ਕੱਦ ਆ ਬਾਈ ਦਾ। ਪਹਿਲਾਂ NBA 'ਚ ਸਭ ਤੋਂ ਪਹਿਲਾਂ ਆਪਣਾ ਪੰਜਾਬੀ ਇੰਡੀਅਨ ਸੀ ਜਿਹੜਾ NBA 'ਚ ਡਰਾਫਟ ਹੋਇਆ ਸੀ, ਉਹ ਸਤਨਾਮ, ਉਹ ਤੇ ਮੈਂ ਇਹ ਕੰਪਨੀ 'ਚ AEW 'ਚ। ਪੋਸਟਾਂ ਦੇਖ ਰਿਹਾ ਸੀ ਪਿਛਲੇ ਸਮੇਂ ਤੋਂ ਤੁਹਾਡੀਆਂ, ਤਾਂ ਤੁਸੀਂ ਦੀਪ ਸਿੱਧੂ ਹੁਣਾਂ ਦੇ ਵੀ ਖਾਸੇ ਪ੍ਰਭਾਵ ਦੇ ਵਿੱਚ ਮੈਨੂੰ ਨਜ਼ਰ ਆਏ। ਜੀ ਬਿਲਕੁਲ ਬਿਲਕੁਲ, ਮੈਂ ਉਹੀ ਕਹਿਣ ਲੱਗਿਆ ਸੀ ਕਿ ਪਿਛਲੇ ਕੁਝ ਸਮੇਂ ਤੋਂ, ਜਿਵੇਂ ਪਿਛਲੇ 5-4 ਸਾਲਾਂ ਤੋਂ ਬਾਈ ਇੱਕ ਇਹ ਜੀ, ਪਿਛਲੇ ਕੀ ਮੈਨੂੰ ਲੱਗਦਾ ਕਿ ਪੂਰੀ ਜਿੰਨੀ ਕਿ ਮੇਰੀ ਲਾਈਫ ਆ, ਇੱਕ ਬਾਈ ਇੱਕ ਇਹੋ ਜਿਹਾ ਬੰਦਾ ਹੈ ਕਿ ਜੀ ਤੋਂ ਬਹੁਤ ਪ੍ਰਭਾਵਿਤ ਹੋਇਆ ਮੈਂ। ਤੇ ਕੱਲ ਉਹਨਾਂ ਦਾ ਪਹਿਲੀ ਵਾਰੀ ਮੈਂ ਥੀਮ ਮਿਊਜ਼ਿਕ ਕੱਲ ਹੀ ਯੂਜ਼ ਕੀਤਾ, ਉਹ ਰਾਤ ਬਾਈ ਦੇ ਡਾਇਲੌਗ ਯੂਜ਼ ਕੀਤਾ ਉਹਦੇ 'ਚ। 2 ਡਾਇਲੌਗ, ਇੱਕ ਤਾਂ ਮੈਂ ਆਪਣੀ ਵੋਕਲ 'ਚ ਸੋ 2 ਯੂਜ਼ ਕੀਤੇ ਆ ਬਈ। ਇੱਕ ਤਾਂ ਜਿਹੜਾ ਕਹਿੰਦੇ ਬਾਈ, ਉਹ ਬਾਈ ਦੀ ਵੋਕਲ 'ਚ ਹੀ ਹੈ, ਦੀਪ ਬਾਈ ਦੀ, ਜਿਹੜਾ ਕਹਿੰਦੇ ਕਿ ਰਾਜਨੀਤੀ ਬੇਸ਼ੱਕ ਸਾਨੂੰ ਘੱਟ ਆਉਂਦੀ ਹੋਵੇ ਪਰ ਲੜਨਾ ਅਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ। ਤੇ ਦੂਜਾ ਮੈਂ ਆਪਣੀ ਵੋਕਲ 'ਚ ਹੀ ਕੀਤਾ ਆਵਾਜ਼ 'ਚ, ਭੱਜਣ ਵਾਲੇ ਨੂੰ ਧਰਤੀ ਤੇ ਉੱਡਣ ਵਾਲੇ ਨੂੰ ਅਸਮਾਨ ਚਾਹੀਦਾ, ਤੇ ਸਾਨੂੰ ਇਹ ਦੋਵੇਂ ਚਾਹੀਦੇ ਆ, ਜਿੱਥੇ ਸਾਨੂੰ ਮਿਲਣਗੇ ਜਿਵੇਂ ਵੀ ਮਿਲਣਗੇ ਅਸੀਂ ਛੱਡਣੇ ਥੋੜੀ ਆ। ਉਹ ਮੈਂ ਆਪਣੀ ਵੋਕਲ 'ਚ ਕਰਕੇ ਦਿੱਤਾ। ਸੋ ਰਾਤ ਉਹ ਪਹਿਲੀ ਵਾਰੀ ਮਿਊਜ਼ਿਕ ਯੂਜ਼ ਕੀਤਾ ਮੈਂ, ਉਹ ਵੀ ਬਾਈ ਤੋਂ ਹੀ ਪ੍ਰਭਾਵਿਤ ਹੋ ਕੇ। ਕਿਤੇ ਅਮਰਦੀਪ ਗਿੱਲ ਬਾਈ ਨੇ ਪਰਮਿਸ਼ਨ ਦਿੱਤੀ ਮੈਨੂੰ ਇਹ ਡਾਇਲੌਗ ਯੂਜ਼ ਕਰਨ ਦੀ, ਤਾਂ ਉਹਨਾਂ ਦਾ ਵੀ ਬਹੁਤ ਧੰਨਵਾਦ। ਪਰ ਹਾਂਜੀ, ਬਾਈ ਦੀ ਸ਼ਖਸੀਅਤ ਤੋਂ ਮੈਂ ਬਹੁਤ ਪ੍ਰਭਾਵਿਤ ਸੀ, ਬਾਈ ਦੇ ਇੰਟੈਲੈਕਟ ਤੋਂ, ਬਾਈ ਦੇ ਜਿਵੇਂ ਬਾਈ ਪੜ੍ਹੇ ਲਿਖੇ ਸੀ, ਬਾਈ ਨੂੰ ਐਕਸਪੋਜ਼ਰ ਬਹੁਤ ਸੋਹਣਾ ਸੀ, ਬਾਈ ਦੇ ਮੈਂਟਲ ਗਰੋਥ ਸੀ ਜਿਹੜੀ ਉਹ ਬਹੁਤ ਵਧੀਆ ਲੈਵਲ ਤੇ ਸੀ, ਬਹੁਤ ਹੀ ਜਿਵੇਂ ਲਿਬਰਲ, ਤੇ ਹਰੇਕ ਚੀਜ਼ ਨੂੰ ਜਿਹੜਾ ਉਹਨਾਂ ਦਾ ਜੋਕਣ ਦਾ ਪੈਮਾਨਾ ਸੀ ਉਹ ਬਹੁਤ ਹੀ ਖੁੱਲਾ ਤੇ ਬੜੀ ਨਿਮਰਤਾ ਵਾਲੇ ਉਹ ਸੀ। ਉਸ ਚੀਜ਼ ਤੋਂ ਮੈਂ ਬਹੁਤ ਪ੍ਰਭਾਵਿਤ ਸੀ ਬਾਈ ਦੇ। ਕਦੇ ਗੱਲਬਾਤ ਵੀ ਹੋਈ ਸੀ ਤੁਹਾਡੀ ਦੀਪ ਸਿੱਧੂ ਹੁਣਾਂ ਦੇ ਨਾਲ? ਨਹੀਂ ਵੀਰੇ, ਨਹੀਂ ਹੋਈ ਨਹੀਂ, ਸਾਡਾ ਕੋਈ ਹੈ ਨਹੀਂ ਸੀ ਕੋਈ ਕਨੈਕਸ਼ਨ ਉਸ ਟਾਈਮ, ਤੇ ਕਦੇ ਹੋ ਨਹੀਂ ਪਾਈ। ਮੇਰੀ ਇੱਛਾ ਬੜੀ ਸੀ ਬਾਈ ਨਾਲ ਗੱਲ ਕਰਨ ਦੀ, ਕਿਉਂਕਿ ਜਦੋਂ ਲਾਈਕਨੈਸ ਹੁੰਦੀ ਹੈ ਨਾ ਬਾਈ, ਅੱਜ ਤੋਂ 10 ਸਾਲ ਪਹਿਲਾਂ ਲਾਈਕਨੈਸ ਨਹੀਂ ਸੀ ਉਵੇਂ। ਅੱਜ ਤੋਂ 10 ਸਾਲ ਪਹਿਲਾਂ, 15 ਸਾਲ ਪਹਿਲਾਂ ਜਦੋਂ ਇੱਥੇ ਸੀ, ਉਦੋਂ ਈਗੋ ਐਂਡ ਆਲ ਦੈਟ, ਜਿਵੇਂ ਆਪਾਂ ਗੱਲ ਕਰ ਰਹੇ ਸੀ, ਉਵੇਂ ਦੀ ਲਾਈਕਨੈਸ ਸੀ। ਹੁਣ ਲਾਈਕਨੈਸ ਹੈ ਇੰਟੈਲੈਕਟ, ਜੇ ਕੋਈ ਬੰਦਾ ਬਹੁਤ ਹੀ ਇੰਟੈਲੈਕਚੁਅਲ ਹੁੰਦਾ ਜਾਂ ਫਿਰ ਕੋਈ ਬੰਦਾ ਬਹੁਤ ਹੀ ਕਿਸੇ ਚੀਜ਼ ਨੂੰ ਪਿਆਰ ਕਰਦਾ ਹੁੰਦਾ, ਰੈਸਲਿੰਗ ਨੂੰ ਜਾਂ ਲਿਖਤ ਨੂੰ ਜਾਂ ਕਿਸੇ ਵੀ ਚੀਜ਼ ਨੂੰ, ਤਾਂ ਉਸ ਚੀਜ਼ ਨਾਲ ਬੈਠ ਕੇ ਵਿਚਾਰ, ਉਸ ਬੰਦੇ ਨਾਲ ਜਾਂ ਬੈਠ ਕੇ ਵਿਚਾਰ ਸਾਂਝੇ ਕਰਨ ਨੂੰ ਜੀ ਕਰਦਾ ਕਿ ਕਿਵੇਂ, ਕਿੱਥੋਂ ਆ ਰਿਹਾ ਬੰਦਾ, ਇਹਨੂੰ ਜਾਣਨ ਦੀ ਕੋਸ਼ਿਸ਼ ਕਰੀਏ ਤਾਂ ਸਿੱਖਣ ਨੂੰ ਮਿਲੂਗਾ ਕੁਛ ਨਾ ਕੁਛ। ਪਰ ਬਾਈ ਨਾਲ ਸੀ ਬੜੀ ਇੱਛਾ, ਪਰ ਹੋਈ ਨਹੀਂ ਪਾਈ ਕਦੇ ਵੀ ਗੱਲ।
ਕਦੇ ਟਰਾਈ ਕਰਿਆ ਨਹੀਂ ਉਸ ਸਮੇਂ ਤੇ, ਜਦੋਂ ਦੀਪ ਸਿੱਧੂ ਹੁਣੀ ਕਿਸਾਨ ਅੰਦੋਲਨ ਦੇ ਵਿੱਚ ਸੀ, ਜਾਂ ਉਸ ਤੋਂ ਪਹਿਲਾਂ ਵੀ ਫਿਲਮਾਂ ਦੇ ਵਿੱਚ ਵੀ, ਜਾਂ ਉਸ ਤੋਂ ਬਾਅਦ ਵੀ? ਤੁਸੀਂ ਕਦੋਂ ਤੋਂ ਪ੍ਰਭਾਵਿਤ ਹੋਣਾ ਸ਼ੁਰੂ ਹੋਏ ਦੀਪ ਸਿੱਧੂ ਹੁਣਾਂ ਤੋਂ? ਬਈ ਪਹਿਲੇ ਦਿਨ ਤੋਂ, ਮੈਂ ਜਦੋਂ ਬਈ ਨੂੰ ਪਹਿਲੇ ਦਿਨ ਤੋਂ ਸੁਣਿਆ ਸੀ ਨਾ, ਹੂੰ ਤੇ ਉਦੋਂ ਤੋਂ ਹੀ ਮੈਨੂੰ ਪਤਾ ਨਹੀਂ ਉਹਦੀ ਰੀਜ਼ਨਿੰਗ ਕੀ ਸੀ, ਜਾਂ ਤਾਂ ਬਾਈ ਦਾ ਇੰਟੈਲੈਕਚੁਅਲ ਲੈਵਲ ਹੀ ਕਹਿ ਸਕਦੇ ਕਿ ਜਿੱਥੋਂ ਬਾਈ ਦੀ ਗੱਲ ਆਉਂਦੀ ਸੀ। ਹੂੰ ਕਿਉਂਕਿ ਮੈਨੂੰ ਲੱਗਦਾ ਕਿ ਉਸ ਨੂੰ ਸਮਝਣ ਲਈ ਵੀ ਤੁਹਾਨੂੰ, ਜੇ ਤੁਸੀਂ ਉਸ ਲੈਵਲ ਤੇ ਖੜੇ ਹੋ ਤਾਂ ਤੁਹਾਨੂੰ ਉਹ ਗੱਲ, ਕਿਉਂਕਿ ਕੋਈ ਕਰਦਾ ਨਹੀਂ ਸੀ ਉਸ ਲੈਵਲ ਤੇ ਗੱਲ ਬਾਈ, ਜਿਸ ਰੂਪ ਸਿੱਧੇ ਰੂਪ ਚ ਕਰਦਾ ਸੀ ਹੂੰ ਤੇ ਡੂੰਘਾਈ ਚ ਜਾ ਕੇ ਕਰਦਾ ਸੀ, ਡੈਪਥ ਚ ਜਾ ਕੇ ਗੱਲ ਕਰਨੀ ਹੈ, ਉਦਾਂ ਕੋਈ ਕਰਦਾ ਨਹੀਂ ਸੀ। ਤੇ ਜਿਵੇਂ ਮੈਂ ਵੀ ਸੋਚਦਾ ਸੀ ਕਿ ਯਾਰ ਕੋਈ ਗੱਲ ਕੀ ਕਿਸੇ ਦੀ, ਕੋਈ ਵੀ ਕਰਦਾ ਤਾਂ ਉੱਤੇ ਉੱਤੇ ਤੇ ਕਰਦਾ, ਕਿ ਕਿਸੇ ਨੂੰ ਸਮਝ ਹੈ ਨਹੀਂ। ਤਾਂ ਜਦੋਂ ਬਾਈ ਨੇ ਪਹਿਲੀ ਵਾਰੀ ਗੱਲ ਕਰਨੀ ਸ਼ੁਰੂ ਕੀਤੀ ਕਿ ਬਾਈ ਐ ਡੂੰਘਾਈ ਚ ਜਾ ਕੇ ਗੱਲ ਕਰਦਾ ਸੀ, ਤਾਂ ਉਦੋਂ ਮੈਨੂੰ ਰਾਈਟ ਅਵੇ ਬਾਈ ਨੇ ਅਟਰੈਕਟ ਕੀਤਾ। ਮੈਂ ਕਿਹਾ ਕਿ ਬਾਈ ਉਸ ਚੀਜ਼ ਦੀ ਸਮਝ ਰੱਖਦਾ ਕਿ ਜਿਹੜੀ ਬਹੁਤ ਲੋਕਾਂ ਨੂੰ ਨਹੀਂ ਹੈ, ਤੇ ਇਹ ਬਹੁਤ ਕੁਝ ਬਾਈ ਸਮਾਜ ਨੂੰ ਦੇ ਸਕਦਾ ਸਾਡੇ ਨੂੰ। ਹੂੰ ਹੂੰ ਤੁਹਾਨੂੰ ਕੀ ਲੱਗਦਾ ਦੀਪ ਸਿੱਧੂ ਹੁਣੀ ਇਸ ਦੁਨੀਆ ਤੋਂ ਰੁਖਸਤ ਹੋ ਗਏ, ਔਰ ਉਸ ਤੋਂ ਬਾਅਦ ਸੰਦੀਪ ਨੰਗਲੰਬੀਆਂ ਦਾ ਕਤਲ ਹੋ ਜਾਂਦਾ ਹੈ, ਉਸ ਤੋਂ ਬਾਅਦ ਹੁਣ ਸਿੱਧੂ ਮੂਸੇਵਾਲਾ ਹੋਣਾ ਦਾ ਕਤਲ ਹੋ ਜਾਂਦਾ ਹੈ, ਔਰ ਉਸ ਤੋਂ ਬਾਅਦ ਪੂਰਾ ਜਿਹੜਾ ਇੰਡਸਟਰੀ ਤਾਂ ਹੈ ਹੀ, ਪੂਰੇ ਪੰਜਾਬੀ ਵੀ ਜਿਹੜੇ ਨੇ ਪੂਰੇ ਸਦਮੇ ਦੇ ਵਿੱਚ ਨੇ, ਪੂਰੇ ਸੋਗ ਦੇ ਵਿੱਚ ਨੇ, ਭਾਵੇਂ ਦੀਪ ਸਿੱਧੂ ਹੁਣੀ ਹੋਣ, ਸੰਦੀਪ ਨੰਗਲੰਬੀਆਂ ਹੋਣ, ਭਾਵੇਂ ਸਿੱਧੂ ਮੂਸੇਵਾਲਾ ਹੋਣੀ ਹੋਣ। ਬਈ ਮਾੜੀ ਗੱਲ ਹੈ ਬਹੁਤ। ਇਹ ਤਾਂ ਤੁਸੀਂ ਇਹ ਦੇਖੋ ਕਿ ਮੈਂ ਜਿਵੇਂ ਕਹਿ ਰਿਹਾ ਸੀ ਕਿ ਜਦੋਂ ਤੱਕ ਤੁਸੀਂ ਜੇ ਸੇਮ ਲੈਵਲ ਤੇ ਨਹੀਂ ਹੁੰਦੇ ਤਾਂ ਤੁਸੀਂ ਅੰਡਰਸਟੈਂਡ ਨਹੀਂ ਕਰ ਸਕਦੇ। ਪਰ ਹੁਣ ਜਿਵੇਂ ਇੱਕ ਐਥਲੀਟ ਕਿਵੇਂ ਬਣਦਾ ਹੈ, ਜਦੋਂ ਤੱਕ ਤੁਸੀਂ ਖੁਦ ਉਸ ਕੋਈ ਐਥਲੀਟ ਨਹੀਂ ਹੋ, ਤੁਸੀਂ ਆਪਣੀ ਜ਼ਿੰਦਗੀ ਦੇ ਉਹ ਸੰਘਰਸ਼ ਚੋਂ ਨਹੀਂ ਲੰਘੇ, ਤਾਂ ਤੁਸੀਂ ਸਮਝ ਨਹੀਂ ਸਕਦੇ ਕਿ ਕਿਵੇਂ ਬਣਦਾ। ਸੋ ਬਾਈ ਹੁਣ ਜਿਵੇਂ ਕਬੱਡੀ ਨੰਗਲੰਬੀਆਂ ਸੰਦੀਪ ਬਾਈ ਸੀ ਹਨਾ, ਉਹ ਕਿਵੇਂ ਬਣਿਆ, ਉਹਨੂੰ ਹੀ ਪਤਾ ਕਿ ਕਿਵੇਂ ਸੀ ਹਨਾ। ਕਿ ਤੇ ਉਵੇਂ ਹੀ ਸਿੱਧੂ ਨੂੰ, ਹੁਣ ਸ਼ੁਭਦੀਪ ਨੂੰ ਕੋਈ, ਉਹਨੂੰ ਪਰਸਨਲ ਤੌਰ ਤੇ ਬਹੁਤ ਘੱਟ ਲੋਕ ਬੰਦੇ, ਤੁਸੀਂ ਸ਼ਾਇਦ ਮਿਲੇ ਹੋਵੋਗੇ, ਕਦੇ ਇੰਟਰਵਿਊ ਕਰੀ ਹੋਊਗੀ ਉਹਨੂੰ, ਜੇ ਪਾਣੀ ਤੇ ਬੈਠੇ ਹੋਵੋਗੇ ਤੁਹਾਨੂੰ ਪਤਾ ਹੋਊਗਾ ਪਰਸਨੈਲਿਟੀ ਕਿਵੇਂ ਸੀ। ਉਹ ਬਿਲਕੁਲ ਹੀ ਅੱਡ ਪਰਸਨੈਲਿਟੀ ਸੀ ਟੀਵੀ ਤੋਂ। ਤੇ ਉਹਨੇ ਜਿੰਨਾ ਸਟਰਗਲ ਕੀਤਾ, ਉਹਨੇ ਜਿਵੇਂ ਕੱਲੇ ਨੇ ਸਿੰਗਲ ਹੈਂਡਡਲੀ ਕੰਮ ਕੀਤਾ, ਉਹ ਚੀਜ਼ਾਂ ਮੈਨੂੰ ਲੱਗਦਾ ਇਹ ਕੋਈ ਸਮਝ ਹੀ ਨਹੀਂ ਸਕਦੇ। ਤੇ ਏਦਾਂ ਅਚਾਨਕ ਹੀ ਲਾਈਕ ਤੁਹਾਡਾ ਕੋਈ ਦੇਣ ਨਹੀਂ ਹੈ ਸਮਾਜ ਨੂੰ, ਤੇ ਜਿਹੜਾ ਬੰਦਾ ਸਮਾਜ ਨੂੰ ਕੁਝ ਦੇਣ, ਕੋਈ ਤਬਦੀਲੀ ਲੈ ਕੇ ਆ ਸਕਦਾ, ਤੁਹਾਡੇ ਲਈ ਕੁਝ ਕਰ ਸਕਦਾ, ਤੇ ਉਹਨੂੰ ਬਸ ਛੋਟੀ ਜਿਹੀ ਜਾਂ ਕੋਈ, ਹੁਣ ਪਤਾ ਨਹੀਂ ਕੀ ਰੰਜਿਸ਼ ਕਿਵੇਂ ਕੀ ਨਹੀਂ ਹੈ, ਤੁਸੀਂ ਉਹਦੇ ਚੱਕਰ 'ਚ ਨੁਕਸਾਨ ਕਰ ਦਿਓ। ਪਰ ਦੂਰ ਦੀ ਗੱਲ ਹੈ, ਮੇਰੇ ਹਿਸਾਬ ਨਾਲ ਇਹ ਤਾਂ ਸਮਾਜ ਨੂੰ, ਸਾਡੇ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ। ਮੈਂ ਲਿਖ ਕੇ ਵੀ ਪਾਇਆ ਸੀ ਜਦੋਂ ਸ਼ੁਭਦੀਪ ਗਿਆ ਸੀ, ਮੈਂ ਕਿਹਾ ਇਹ ਇਕੱਲੇ ਤੁਸੀਂ ਇੱਕ ਆਰਟਿਸਟ ਨੂੰ ਨਹੀਂ ਮਾਰਿਆ, ਇਹ ਸਾਡੀ ਤੁਸੀਂ ਆਵਾਜ਼ ਮਾਰੀ। ਇੱਕ ਇਹੋ ਜਿਹੀ ਆਵਾਜ਼ ਜਿਹੜੀ ਬੜੀ ਔਖੀ ਬਣਦੀ ਹੈ। ਇੱਕ ਮੈਨੂੰ ਨਹੀਂ ਲੱਗਦਾ ਕੋਈ ਵੀ ਆਰਟਿਸਟ ਦੀ ਏਦਾਂ ਦੀ ਆਵਾਜ਼ ਸੀ ਜਿਹੜੀ ਇੰਟਰਨੈਸ਼ਨਲੀ ਏਦਾਂ ਬਣ ਸਕਦੀ ਸੀ। ਉਦਾਂ ਹੀ ਐਥਲੀਟ ਦੀ, ਕੋਈ ਵੀ ਐਥਲੀਟ ਜਦੋਂ ਇੰਟਰਨੈਸ਼ਨਲ ਲੈਵਲ ਤੇ ਕੁਝ ਤੁਹਾਨੂੰ ਕਰਦਾ ਰੈਪ੍ਰੈਜ਼ੈਂਟ, ਹੁਣ ਤੁਸੀਂ ਹੀ ਦੱਸ ਦਿਓ ਮੈਨੂੰ, 1.5 ਬਿਲੀਅਨ ਆਬਾਦੀ ਹੈ ਭਾਰਤ ਦੀ, ਕਿੰਨੇ 올림픽 골ਡ ਮੈਡਲ ਆਉਂਦੇ ਆ? ਕਿੰਨੇ ਬੰਦੇ ਆ, ਕਿੰਨੇ ਆਰਟਿਸਟ ਆ ਜਿਹੜੇ ਡਰੇਕ ਨਾਲ ਗੱਲ ਕਰਦੇ ਹੋਣਗੇ? ਤੁਸੀਂ ਮੈਨੂੰ ਜਵਾਬ ਦੇ ਦਿਓ ਇਸ ਗੱਲ ਦਾ। ਨਹੀਂ ਹੈ, ਬਿਲਕੁਲ ਠੀਕ ਹੈ। ਤੁਸੀਂ ਇਸ ਗੱਲ ਨੂੰ ਮਾਰਨ ਵਾਲੇ ਨੇ ਬਿਲਕੁਲ ਨਹੀਂ ਸਮਝਿਆ ਕਿ ਤੁਸੀਂ ਕੀ ਨੁਕਸਾਨ ਕਰਿਆ ਸਾਡਾ। ਇਸ ਗੱਲ ਨੂੰ ਸਿਰਫ ਉਹੀ ਸਮਝ ਸਕਦਾ ਜਿਹਨੂੰ ਪੰਜਾਬ ਨਾਲ, ਜਿਹਨੂੰ ਪਿਆਰ ਹੈ, ਅਸਲ ਮਾਇਨੇ 'ਚ ਜਿਹੜਾ ਕੁਝ ਕਰਨਾ ਚਾਹੁੰਦਾ ਆਪਣੇ ਲੋਕਾਂ ਲਈ, ਅਸਲ ਮਾਇਨੇ 'ਚ ਜਿਹੜਾ ਥੱਲੇ ਬੈਠੇ ਲੋਕਾਂ ਨੂੰ ਉੱਤੇ ਚੱਕਣਾ ਚਾਹੁੰਦਾ, ਉਹਨਾਂ ਨੂੰ ਹੀ ਪਤਾ ਹੋਊਗਾ ਇਸ ਗੱਲ ਦਾ। ਕਿਉਂਕਿ ਉਹ ਉਹਨਾਂ ਬੰਦਿਆਂ ਤੋਂ ਐਕਸਪੈਕਟ ਕਰਦੇ, ਉਹ ਚੀਜ਼ਾਂ ਕਰਦੇ ਸੀ। ਅਸੀਂ ਐਕਸਪੈਕਟ ਕਰਦੇ ਸੀ ਕਿ ਕੱਲ ਨੂੰ ਸਿੱਧੂ ਹੋਰ ਉੱਤੇ ਜਾਵੇ, ਕੱਲ ਨੂੰ ਦੀਪ ਬਾਈ ਹੋਰ ਕਿਤੇ ਖੜਾ ਹੋਵੇ, ਤੇ ਕੱਲ ਨੂੰ ਸਾਡੀ ਕਬੱਡੀ ਵੀ ਉੱਚੀ ਜਾਵੇ, ਤੇ ਅਸੀਂ ਕੱਲ ਨੂੰ ਆਪਣੇ ਜਿਹੜੇ ਲੋਕ ਥੱਲੇ ਬੈਠੇ ਉਹਨਾਂ ਨੂੰ ਉੱਤੇ ਚੱਕੀਏ। ਪਰ ਜਿਹੜੇ ਇਹ ਲੋਕ ਹੈ, ਮੈਨੂੰ ਇਹ ਜ਼ਰੂਰ ਮੈਂ ਜਾਣਨਾ ਚਾਹੁੰਦਾ, ਜਿਵੇਂ ਤੁਸੀਂ ਦੱਸਿਆ ਕਿ ਵਿੱਕੀ ਮਿੱਡੂ ਖੇੜਾ ਹੋਣਾ ਨਾਲ ਤੁਹਾਡੀ ਚੰਗੀ ਦੋਸਤੀ ਸੀ, ਬਹੁਤ ਵਧੀਆ ਲਿਹਾਜ਼ ਸੀ, ਤੁਹਾਨੂੰ ਮੈਸੇਜ ਵੀ ਕਰਦੇ ਰਹਿੰਦੇ ਸੀ ਤੁਹਾਡਾ ਪੋਸਟਰ ਦੇਖ ਕੇ। ਪਰ ਜਿਨ੍ਹਾਂ ਨੇ ਕਤਲ ਕਰਵਾਇਆ, ਬੇਸ਼ੱਕ ਲਾਰੈਂਸ ਬਿਸ਼ਨੋਈ ਹੋਣੀ ਹੋਣ ਜਾਂ ਕੈਨੇਡਾ ਬੈਠਾ ਗੋਲਡੀ ਬਰਾੜ, ਉਹ ਕਹਿੰਦੇ ਸੀ ਤਾਂ ਵਿੱਕੀ ਮਿੱਡੂ ਖੇੜਾ ਦੀ ਮੌਤ ਦਾ ਬਦਲਾ ਲਿਆ। ਇਹਨਾਂ ਚੀਜ਼ਾਂ ਨੂੰ ਰਿਲੇਟ ਕਰਕੇ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਤੁਸੀਂ ਉਸ ਦੌਰ ਦੇ ਬੰਦੇ ਹੋ, ਇਹਨਾਂ ਦੇ ਨਾਲ ਵੀ ਰਹੇ ਹੋ, ਤੁਸੀਂ ਵਿੱਕੀ ਹੁਣਾਂ ਦੇ ਨਾਲ ਵੀ ਰਹੇ ਹੋ, ਔਰ ਉਸ ਤੋਂ ਬਾਅਦ ਇਹ ਸਾਰਾ ਐਪੀਸੋਡ ਜਿਹੜਾ ਹੈ ਇਹ ਪੂਰਾ ਘਟਨਾਕ੍ਰਮ ਹੁੰਦਾ ਹੈ। ਕਹਿੰਦੇ ਕਿ ਵਿੱਕੀ ਮਿੱਡੂ ਖੇੜਾ ਦੀ ਮੌਤ ਦਾ ਬਦਲਾ ਲਿਆ ਸੀ ਸਿੱਧੂ ਮੂਸੇਵਾਲਾ ਨੂੰ ਮਾਰ ਕੇ। ਬਈ ਇਹ ਤਾਂ ਆਪਣੀ ਗੱਲ ਸਮਝ ਤੋਂ ਪਰੇ ਹੈ ਕਿ ਕਿਸ ਹਿਸਾਬ ਨਾਲ ਕਹਿ ਰਹੇ ਹੋ, ਹਨਾ। ਮੈਨੂੰ ਜਾਣਦੇ ਆ, ਗੋਲਡੀ ਵੀ ਜਾਣਦਾ ਹੋਊਗਾ ਉਸ ਟਾਈਮ, ਅਮਨਦੀਪ ਦੇ ਨਾਲ ਹੁੰਦਾ ਸੀ ਮੁਲਤਾਨੀ ਦੇ, ਇਹ ਵੀ ਲਾਰੈਂਸ ਵੀ ਜਾਣਦਾ ਮੈਨੂੰ ਹੋਊਗਾ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਇਸ ਗੱਲ ਤੋਂ ਕਿਸੇ ਨੂੰ ਸ਼ੰਕਾ ਤਾਂ ਮੇਰੇ ਤੋਂ
ਕਲੀਅਰ ਵੀ ਕਰ ਸਕਦੇ, ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਕਿਸ ਹਿਸਾਬ ਨਾਲ ਤੁਸੀਂ ਕਹਿ ਰਹੇ ਹੋ ਬਈ, ਹੂੰ। ਕਿਸ ਪੈਮਾਨੇ 'ਚ ਤੁਸੀਂ ਇਸ ਨੂੰ ਜੋਕ ਰਹੇ ਹੋ ਕਿ ਤੁਹਾਨੂੰ ਕਿ ਉਹਦਾ ਆਪਣਾ ਵਿੱਕੀ ਦੀ ਗੱਲ ਹੋਈ। ਵਿੱਕੀ ਦਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੇਰੇ ਉਰੇ ਜਿਹੜੇ ਨਾਲ ਦੇ ਵੀ ਮਿੱਤਰ ਹੈ, ਉਹਨਾਂ ਨੂੰ ਕਿਸੇ ਨੂੰ ਵੀ ਸਾਰਿਆਂ ਨੂੰ ਪੁੱਛਿਓ ਕਿ ਮੈਨੂੰ ਜਿੰਨਾ ਸਿੱਧੂ ਦਾ ਦੁੱਖ ਹੋਇਆ ਓਨਾ ਹੀ ਵਿੱਕੀ ਦਾ ਮੈਨੂੰ ਦੁੱਖ ਹੋਇਆ ਸੀ ਕਿ ਬਈ ਯਾਰ ਕਿਉਂ ਵਿੱਕੀ ਨਾਲ ਨਹੀਂ ਏਦਾਂ ਹੋਣਾ ਚਾਹੀਦਾ ਸੀ, ਹਨਾ। ਤੇ ਪਰ ਜਿਵੇਂ ਸਿੱਧੂ ਨਾਲ ਜੋੜਨਾ ਬਈ, ਮੈਂ ਕਿਤੇ ਵੀ ਲਿਖਾ ਲਓ ਕਿਤੇ ਮਰਜ਼ੀ, ਜਦ ਕਿ ਮੇਰੀ ਇਸ ਟੌਪਿਕ ਤੇ ਕਦੇ ਵੀ ਸਿੱਧੂ ਨਾਲ ਗੱਲ ਨਹੀਂ ਹੋਈ। ਮੈਂ ਤੁਹਾਨੂੰ ਆਪਣੀ ਉਹਦੀ ਜਿੰਨੀ ਕੁ ਸਾਡੀ ਜਾਣ, ਕਿਤੇ ਮਰਜ਼ੀ ਜਿਸ ਮਰਜ਼ੀ ਪੇਪਰ ਤੇ ਲਿਖਾ ਲਓ ਕਿ ਉਹਦੀ ਕਿਤੇ ਵੀ ਉਹ ਕਹਿ ਦੇਵੇ ਕਿ ਯਾਰ ਵਿੱਕੀ ਦਾ ਨੁਕਸਾਨ ਕਰ ਦੋ ਜਾਂ ਕਿਸੇ ਵੀ ਬੰਦੇ ਦਾ ਨੁਕਸਾਨ, ਜਾਨੀ ਨੁਕਸਾਨ ਕਰ ਦੋ, ਏਦਾਂ ਉਹ ਸਿੱਧੂ ਹੈ ਹੀ ਨਹੀਂ ਸੀ। ਉਹਦੀ ਪਰਸਨੈਲਿਟੀ ਹੋਣੀ ਸੀ। ਹੁਣ ਉਹਨੂੰ ਉਹਦੇ ਨਾਲ ਜੋੜਨਾ ਕੋਈ ਪਤਾ ਨਹੀਂ ਬਈ ਇਹ ਕਿੱਥੋਂ ਕੀ ਕਿਵੇਂ ਤੁਸੀਂ ਕਰ ਰਹੇ ਹੋ। ਪਰ ਉਸ ਤੋਂ ਵੀ ਜਿਹੜੀ ਵੱਡੀ ਗੱਲ ਹੈ ਬਈ, ਤੁਸੀਂ ਨੁਕਸਾਨ ਤਾਂ ਦੇਖੋ ਸਾਡਾ ਕਿੱਡਾ ਕਰਿਆ ਯਾਰ। ਇਹ ਸਾਡਾ ਨਹੀਂ, ਸਾਰੀ ਕਮਿਊਨਿਟੀ, ਸਾਰੀ ਪੰਜਾਬ ਦਾ ਨੁਕਸਾਨ ਹੈ। ਤੇ ਜੇ ਤੁਸੀਂ ਇਸ ਗੱਲ ਨੂੰ, ਹੁਣ ਜੇ ਗੋਲਡੀ ਨਹੀਂ ਇਸ ਗੱਲ ਨੂੰ ਸਮਝਦਾ ਤਾਂ ਉਹੀ ਫਿਰ ਉਹ ਗਰੋ ਨਹੀਂ ਹੋਇਆ ਮੈਂਟਲੀ। ਫਿਰ ਉਹ ਜਿਵੇਂ 10 ਸਾਲ 15 ਸਾਲ ਪਿੱਛੇ ਸੀ ਉਸੇ ਚੀਜ਼ ਨੂੰ ਅੱਗੇ ਲੈ ਕੇ ਚੱਲ ਰਿਹਾ, ਤੇ ਜਿਹੜੀਆਂ ਚੀਜ਼ਾਂ ਨੂੰ ਉਹ ਯੂਜ਼ ਕਰਕੇ ਕਿ ਉਹਦੇ ਭਰਾ ਦਾ ਨੁਕਸਾਨ ਹੋਇਆ, ਹਨਾ, ਤੇ ਉਹਦਾ ਨਹੀਂ ਕੋਈ ਜਸਟਿਸ ਮਿਲਿਆ ਜਾਂ ਫਿਰ ਵਿੱਕੀ ਦਾ ਕੋਈ ਜਸਟਿਸ ਨਹੀਂ ਮਿਲਿਆ। ਤੇ ਜਸਟਿਸ ਦਿੱਤਾ ਕਿਹਨਾਂ ਨਹੀਂ ਹੈ, ਤੁਸੀਂ ਇਸ ਗੱਲ ਨੂੰ ਵੀ ਸੋਚੋ। ਇਹ ਦੂਜਾ ਪੈਮਾਨਾ ਹੈ, ਜਸਟਿਸ ਦਿੱਤਾ ਕਿਹਨਾਂ ਨਹੀਂ ਹੈ। ਤੁਸੀਂ ਉਹਦੇ ਖਿਲਾਫ ਤਾਂ ਨਹੀਂ ਗੱਲ ਕਰਨੀ ਸਿਸਟਮ ਨੇ, ਜਸਟਿਸ ਕਿਹਨਾਂ ਨਹੀਂ ਦਿੱਤਾ ਤੁਸੀਂ ਜਵਾਬ ਦੇ ਦਿਓ। ਜੇ ਤੁਸੀਂ ਕਹਿ ਰਹੇ ਹੋ ਕਿ ਕਿਸੇ ਦੀ ਇਨਵੋਲਵਮੈਂਟ ਸੀ ਤੇ ਉਹਨੂੰ ਫੜਿਆ ਨਹੀਂ, ਤਾਂ ਹੁਣ ਜੇ ਉਹਨਾਂ ਨੂੰ ਇਹ ਪੁੱਛੋ ਕਿ ਜਸਟਿਸ ਦਿੱਤਾ ਕਿਹਨਾਂ ਨਹੀਂ, ਸਿਸਟਮ ਨਹੀਂ, ਤਾਂ ਤੁਸੀਂ ਲੜਨਾ ਸਿਸਟਮ ਦੇ ਖਿਲਾਫ ਹੈ ਕਿ ਤੁਸੀਂ ਨਾਰਮਲੀ ਬੰਦੇ ਨੂੰ ਬਹਾਨਾ ਬਣਾ ਕੇ ਮਾਰ ਦੇਣਾ ਕਿਸੇ ਨੂੰ। ਇਹ ਤਾਂ ਕੋਈ ਤੁੱਕ ਨਹੀਂ ਬਣਦੀ, ਹੈ ਨਾ। ਸੋ ਇਹ ਸਾਰੀਆਂ ਕੁੱਲ ਮਿਲਾ ਕੇ ਬਈ ਜੇ ਤੁਸੀਂ ਐਂਡ ਰਿਜ਼ਲਟ ਹੈ ਜਿਹੜਾ ਨਿਕਲਦਾ ਉਹ ਇਹ ਹੈ ਕਿ ਇਹ ਤੁਸੀਂ ਐਕਸਕਿਊਜ਼ਸ ਵਾਲੀ ਗੱਲ ਤੇ ਤੁਸੀਂ ਬਹੁਤ ਵੱਡਾ ਨੁਕਸਾਨ ਕਰਤਾ ਉਹਦੇ ਪਿੱਛੇ। ਕਦੇ ਗੱਲ ਹੋਈ ਸੀ ਤੁਹਾਡੀ ਮੂਸੇਵਾਲਾ ਹੋਣਾ ਦੇ ਨਾਲ, ਗੱਲ ਹੁੰਦੀ ਸੀ? ਬਈ ਹੁਣ ਨਹੀਂ ਹੋਈ ਸੀ, ਪਿਛਲੇ ਮੈਂ ਦਸੰਬਰ 'ਚ ਆਇਆ ਸੀ 2020 'ਚ, ਤੇ ਮੈਨੂੰ ਜਾਣਾ ਪਿਆ ਵਿੱਚ ਵਿਚਾਲੇ ਹੀ ਛੱਡ ਕੇ। ਪਲਾਨ ਮੇਰਾ ਰਹਿਣ ਦਾ ਲੰਬਾ ਸੀ ਉੱਥੇ, ਰੈਸਲਿੰਗ ਕਰਕੇ ਮੈਨੂੰ AEW ਵਾਲਿਆਂ ਨੇ ਸੱਦ ਲਿਆ ਸੀ ਵਾਪਸ ਪੈਂਡੈਮਿਕ 'ਚ, ਜਦੋਂ ਕਰੋਨਾ ਚੱਲਦਾ ਸੀ। ਉਦੋਂ ਮੇਰੀ ਇੱਕ ਵਾਰ ਗੱਲ ਹੋਈ ਸੀ, ਤੇ ਇੱਕ ਫੰਕਸ਼ਨ ਸੀ ਮੇਰਾ ਪਰਿਵਾਰ ਦਾ ਫੰਕਸ਼ਨ ਸੀ, ਤੇ ਉਦੋਂ ਆਇਆ ਨਹੀਂ ਗਿਆ। ਤੇ ਫਿਰ ਮੇਰੀ ਉਸ ਤੋਂ ਬਾਅਦ ਇੱਕ ਦੋ ਵਾਰੀ ਜਿਵੇਂ ਮਾੜੀ ਮੋਟੀ ਗੱਲ ਜੀ ਹੋਈ ਸਨੈਪਚੈਟ ਤੇ, ਤੇ ਫਿਰ ਗੱਲ ਨਹੀਂ ਹੋਈ। ਮੈਂ ਘਰ ਫੋਨ ਵੀ ਲਾਇਆ ਸੀ ਉਹਨੂੰ, ਤੇ ਉਹਨੂੰ ਚੱਕਿਆ ਨਹੀਂ। ਫਿਰ ਮੁੜ ਕੇ ਕਦੇ ਹੋਈ ਨਹੀਂ ਗੱਲ। ਫਿਰ ਮੈਂ ਵੀ ਬਿਜ਼ੀ ਹੋ ਗਿਆ ਕਿਉਂਕਿ ਮੇਰਾ ਨਵੀਂ ਕੰਪਨੀ ਦਾ ਸਾਰਾ ਚੱਲਦਾ ਸੀ। ਫਿਰ ਮੈਨੂੰ ਏਦਾਂ ਸੀ ਕਿ ਜਦੋਂ ਆਊਗਾ ਹੁਣ ਕਿ ਫਿਰ, ਕਿਉਂਕਿ ਮੈਨੂੰ ਪਤਾ ਸੀ ਆਉਣਾ ਉਹਨਾਂ ਨੇ। ਤੇ ਬੋਹੀਮੀਆ ਭਾਜੀ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਇੱਕ ਦੋ ਵਾਰ, ਉਹ ਕਹਿੰਦੇ ਕਿ ਆਉਣਾ ਇਹਨਾਂ ਨੇ ਇੱਥੇ, ਸ਼ੋਅ ਵੀ ਹੈ ਤੇ ਸ਼ੂਟ ਵੀ ਕਰਨਾ, ਸ਼ਾਇਦ ਆਪਾਂ ਕੁਛ ਪਲਾਨ ਕੀਤਾ ਹੋਇਆ ਸੀ ਉਹਨਾਂ ਨੇ ਕੋਈ ਗਾਣਾ। ਤੇ ਫਿਰ ਮੈਂ ਕਿਹਾ ਚਲੋ ਜਦੋਂ ਆਉਂਗੇ ਨਾ ਤਾਂ ਬੈਠ ਕੇ ਗੱਲ ਕਰੂੰਗੇ ਕਿ ਜਿਵੇਂ ਵੀ ਹੋਇਆ। ਤੇ ਕੁਛ ਮੈਨੂੰ ਇਹ ਵੀ ਹੁੰਦਾ ਕਿ ਜਦੋਂ ਪੰਜਾਬ ਹੁੰਦਾ ਨੇ, ਉਹ ਅੱਜ ਦੀ ਗੱਲ ਹੁੰਦੀ ਹੈ। ਇੱਥੇ ਬਹੁਤ ਹੀ ਫ੍ਰੀ ਜਗ ਹੁੰਦਾ ਕੰਮ। ਇੱਥੇ ਪ੍ਰਭਾਵ ਜਿਹੜੇ ਆਪਣੇ ਆਲੇ ਦੁਆਲੇ ਦਾ ਸਮਾਜ ਦਾ ਪ੍ਰਭਾਵ ਜਾਂ ਹੁੰਦਾ ਨਾ ਬਈ, ਕਿ ਭੀੜ ਭੜੱਕਾ ਇਹ ਉਹ ਬਿਲਕੁਲ ਕੱਟ ਆਫ ਹੁੰਦਾ। ਸੋ ਇੱਥੇ ਮੈਨੂੰ ਏਦਾਂ ਸੀ ਆਊਗਾ 2-4 ਦਿਨ ਹੋਣਗੇ, ਏਦਾਂ ਨਹੀਂ ਕਿ 15 ਮਿੰਟ ਜਾਂ 20 ਮਿੰਟ। ਉਹ ਸਮਾਂ ਹੀ ਉੱਥੇ ਤੱਕ ਪਹੁੰਚ ਨਹੀਂ ਪਾਈ ਗੱਲ। ਸਿੱਧੂ ਨੂੰ ਵੀ ਨਹੀਂ ਮਿਲ ਪਾਏ, ਦੀਪ ਸਿੱਧੂ ਨੂੰ ਮਿਲਣ ਦਾ ਵੀ ਜਿਹੜਾ ਮੌਕਾ ਨਹੀਂ ਮਿਲ ਪਾਇਆ ਤੁਹਾਨੂੰ, ਤੁਸੀਂ ਜ਼ਿਕਰ ਕੀਤਾ, ਉਹ ਵੀ ਮਲਾਲ ਰਹੇਗਾ ਇਸ ਗੱਲ ਦਾ। ਹਾਂਜੀ ਬਾਈ, ਬਿਲਕੁਲ ਬਾਈ, ਬਿਲਕੁਲ। ਇਹ ਪਰ ਕੁਛ ਏਦਾਂ ਹੁੰਦਾ ਕਿ ਭਾਣੇ ਦੀ ਉਹ ਗੱਲ ਕਿ ਗੁਰੂ ਸਾਹਿਬ ਨੇ ਮੈਨੂੰ ਬਹੁਤ ਵਿਸ਼ਵਾਸ ਕਰਦਾ, ਮੈਂ ਭਰੋਸਾ ਕਰਦਾ। ਮੇਰੀ ਜ਼ਿੰਦਗੀ ਦਾ ਮੈਂ ਤੁਹਾਨੂੰ ਜਿਵੇਂ ਦੱਸ ਕੇ ਰਿਹਾ, ਸਭ ਕੁਛ ਐਵੇਂ ਹੀ ਹੋਇਆ ਕਿ ਜਿਵੇਂ ਜੋ ਮੈਨੂੰ ਲੱਗਦਾ ਮੈਂ ਡਿਜ਼ਰਵ ਨਹੀਂ ਕਰਦਾ, ਕਿ ਗੁਰੂ ਸਾਹਿਬ ਨੇ ਦਿੱਤਾ ਬਾਂਹ ਫੜੀ ਹੈ। ਸੋ ਇਹ ਵੀ ਕੁਛ ਮੈਨੂੰ ਲੱਗਦਾ ਭਾਣੇ ਦੀ ਉਹ ਗੱਲ ਹੈ ਕਿ ਕਈ ਵਾਰੀ ਕੁਛ ਇਹੋ ਜਿਹੀ ਗੱਲ ਹੁੰਦੀ ਹੈ ਕਿ ਜਿਹੜੀ ਤੁਹਾਡੀ ਇੱਛਾ ਹੁੰਦੀ ਹੈ ਪਰ ਉਹ ਇੱਛਾ ਹੀ ਰਹਿ ਜਾਂਦੀ ਹੈ। ਪੰਜਾਬ ਬਾਰੇ ਕੀ ਸੋਚਦੇ ਹੋ? ਪੰਜਾਬ ਦਿਲ ਹੈ, ਜਾਨ ਹੈ ਜੀ। ਪੰਜਾਬ ਲਈ ਜਾਨ ਵੀ ਹਾਜ਼ਰ ਹੈ, ਦਿਲ ਵੀ ਹਾਜ਼ਰ ਹੈ। ਤੇ ਕੋਸ਼ਿਸ਼ ਹੈ ਕਿ ਕੁਛ ਗੁਰੂ ਸਾਹਿਬ ਜੇ ਬਲ ਬਖਸ਼ਣ ਤਾਂ ਕੁਛ ਇਹੋ ਜਿਹਾ ਕਰੀਏ ਪੰਜਾਬ ਲਈ ਕਿ ਜਿਹੜਾ ਪਿੱਛੇ ਨਾ ਹੋਇਆ ਹੋਵੇ, ਆਪਣੇ ਪੰਜਾਬ ਦਾ ਨਾਂ ਉੱਤੇ ਲੈ ਕੇ ਜਾਈਏ। ਤੇ ਪਿਛਲੇ ਸਮਿਆਂ ਤੋਂ ਜੋ ਮੈਨੂੰ ਲੱਗਦਾ ਕਿ ਪਿਛਲੇ 15-20 ਸਾਲਾਂ ਤੋਂ 30 ਸਾਲਾਂ ਤੋਂ ਪੰਜਾਬ ਦਾ ਗ੍ਰਾਫ ਥੱਲੇ ਹੀ ਜਾ ਰਿਹਾ। ਜਦੋਂ ਜਿਵੇਂ ਆਪਾਂ ਦੇਖਦੇ ਹਾਂ ਸਮਾਜਿਕ ਪੱਧਰ ਤੇ ਵੀ, ਇਕੋਨਮੀ ਵਾਲੇ ਪੱਧਰ ਤੇ ਵੀ, ਤੇ ਜੇ ਕਿਤੇ ਕੋਈ ਬਲ ਬਖਸ਼ੇ ਤਾਂ ਗੁਰੂ ਸਾਹਿਬ ਤਾਂ ਕਿਤੇ ਚੰਗੇ ਪਾਸੇ ਨੂੰ ਲੈ ਕੇ ਜਾਈਏ। ਬਸ ਇਹੀ ਹੈ ਬਾਈ। ਠੀਕ ਹੈ ਜੋਲ ਸਾਹਿਬ, ਬਹੁਤ ਬਹੁਤ ਸ਼ੁਕਰੀਆ ਪ੍ਰੋ ਪੰਜਾਬ ਟੀਵੀ ਦੇ ਨਾਲ ਜੁੜਨ ਦੇ ਲਈ, ਸਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਸਾਡੀ ਕੋਸ਼ਿਸ਼ ਵੀ ਸੀ ਕਿ ਪੰਜਾਬ ਦਾ ਹੀ ਮੁੰਡਾ ਹੈ ਜੋਰਾ ਜੌਲ, ਔਰ ਪੰਜਾਬ ਦਾ ਨਾਂ ਉੱਚਾ ਕਰ ਰਹੇ ਨੇ, ਔਰ ਜ਼ਰੂਰ ਇਹਨਾਂ ਨੂੰ ਲੈ ਕੇ ਆਉਣਾ ਚਾਹੀਦਾ, ਇਹਨਾਂ ਦੇ ਸਟਰਗਲ ਦੇ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ, ਔਰ ਜ਼ਰੂਰ ਇਹਨਾਂ ਨੂੰ ਵੀ ਪੰਜਾਬ ਦੇ ਲੋਕਾਂ ਸਾਹਮਣੇ ਲਿਆਉਣਾ ਚਾਹੀਦਾ ਹੈ। ਔਰ ਜੋਰਾ ਜੌਲ ਸਾਡੇ ਨਾਲ ਸਨ, ਗੱਲਾਂ ਬਾਤਾਂ ਬਹੁਤ ਸਾਰੀਆਂ ਹੋਈਆਂ ਨੇ। ਉਮੀਦ ਕਰਦਾ ਇਹਨਾਂ ਗੱਲਾਂ ਤੋਂ ਤੁਸੀਂ ਬਹੁਤ ਕੁਝ ਸਿੱਖੋਗੇ।